ਭਾਰਤੀ ਮਹਿਲਾ ਹਾਕੀ ਟੀਮ ਨੇ 1980 ਦੀ ਮਾਸਕੋ ਓਲੰਪਿਕਾਂ 'ਚ ਪਹਿਲੀ ਵਾਰ ਹਿੱਸਾ ਲਿਆ ਸੀ ਅਤੇ ਦੂਜੀ ਵਾਰ 2016 ਦੀ ਰੀਓ ਓਲੰਪਿਕ ਵਿੱਚ 36 ਸਾਲ ਦੇ ਅਰਸੇ ਬਾਅਦ ਕੁਆਲੀਫਾਈ ਕੀਤਾ ਅਤੇ ਹੁਣ ਤੀਜੀ ਵਾਰ ਟੋਕੀਓ ਓਲੰਪਿਕ 2020 ਵਿੱਚ ਕੁਆਲੀਫਾਈ ਕਰਨ ਦਾ ਮਾਣ ਹਾਸਲ ਹੋਇਆ ਹੈ। ਡੰਡੀ 2 ਅਗਸਤ ਨੂੰ ਖੇਡੇ ਗਏ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਖੇਡੇ ਗਏ ਕੁਆਟਰ ਫਾਈਨਲ ਮੈਚ ਵਿੱਚ ਭਾਰਤੀ ਹਾਕੀ ਮਹਿਲਾ ਦੀ ਡਰੈਗ ਫਲਿੱਕਰ ਗੁਰਜੀਤ ਕੌਰ ਵੱਲੋਂ ਕੀਤੇ ਗਏ ਇੱਕ ਗੋਲ ਨਾਲ ਭਾਰਤ ਨੇ ਆਸਟ੍ਰੇਲੀਆ ਵਿਰੁੱਧ 1-0 ਨਾਲ ਜਿੱਤ ਹਾਸਲ ਕੀਤੀ। ਡੰਡੀ ਇਸ ਵਾਰ ਭਾਰਤੀ ਮਹਿਲਾ ਹਾਕੀ ਟੀਮ ਦੇ ਹੌਸਲੇ ਬੁਲੰਦ ਹਨ। ਡੰਡੀ ਇਸ ਵਾਰ ਤਗਮੇ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਡੰਡੀ ਪੰਜਾਬ ਦੀ ਭਾਰਤੀ ਮਹਿਲਾ ਹਾਕੀ ਨੂੰ ਵੱਡੀ ਦੇਣ ਹੈ ਅਤੇ ਇਸ ਨੇ ਅਰਜਨਾ ਪੁਰਸਕਾਰ ਜੇਤੂ ਅਜਿੰਦਰ ਕੌਰ, ਅਰਜਨਾ ਪੁਰਸਕਾਰ ਜੇਤੂ ਰੂਪਾ ਸੈਣੀ, ਅਰਜਨਾ ਪੁਰਸਕਾਰ ਜੇਤੂ ਰਾਜਵੀਰ ਕੌਰ ਵਰਗੀਆਂ ਕਈ ਖਿਡਾਰਨਾਂ ਭਾਰਤੀ ਹਾਕੀ ਟੀਮ ਨੂੰ ਦਿੱਤੀਆਂ ਹਨ। ਡੰਡੀ ਹਾਕੀ ਜਗਤ 'ਚ ਹਮੇਸ਼ਾ ਯਾਦ ਰਹਿਣ ਵਾਲਾ ਨਾਂ ਮਰਦਾਂ ਦੀ ਭਾਰਤੀ ਹਾਕੀ ਟੀਮ 'ਚ ਡਰੈਗ ਫਲਿੱਕਰ ਯੁਗਰਾਜ ਸਿੰਘ ਵੀ ਪੰਜਾਬ ਦੀ ਹੀ ਦੇਣ ਸੀ ਤਾਂ ਮਹਿਲਾ ਹਾਕੀ ਟੀਮ 'ਚ ਟੋਕੀਓ ਓਲੰਪਿਕ ਖੇਡ ਰਹੀ ਡਰੈਗ ਫਲਿੱਕਰ ਗੁਰਜੀਤ ਕੌਰ ਵੀ ਪੰਜਾਬ ਦੀ ਹੀ ਦੇਣ ਹੈ, ਜਿਸ ਨੂੰ ਇੱਕ ਵੇਲੇ ਗੋਲ ਮਸ਼ੀਨ ਦਾ ਨਾਂ ਵੀ ਦਿੱਤਾ ਗਿਆ। ਡੰਡੀ ਗੁਰਜੀਤ ਕੌਰ ਦਾ ਹਾਕੀ ਦਾ ਸਫ਼ਰ ਬਹੁਤ ਹੀ ਚੁਣੌਤੀਆਂ ਭਰਿਆ ਰਿਹਾ ਹੈ। ਡੰਡੀ ਇਸ ਦੀ ਹਾਕੀ ਦੇ ਸਫ਼ਰ ਦੀ ਸ਼ੁਰੂਆਤ ਖੇਡ ਵਿੰਗ ਕੈਰੋਂ ਤਰਨਤਾਰਨ ਦੇ ਕੋਚ ਸ਼ਰਨਜੀਤ ਸਿੰਘ ਦੀ ਦੇਖ ਰੇਖ ਹੇਠ ਹੋਈ। ਡੰਡੀ ਗੁਰਜੀਤ ਕੌਰ ਦਾ ਜਨਮ 25 ਅਕਤੂਬਰ 1995 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾਂ ਵਿਖੇ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਪਿਤਾ ਸਤਨਾਮ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਦੇ ਘਰ ਹੋਇਆ। ਡੰਡੀ ਇਸ ਪਿੰਡ ਵਿੱਚ ਕੋਈ ਵੀ ਖੇਡ ਦਾ ਮੈਦਾਨ ਨਹੀਂ ਸੀ। ਬਹੁਤ ਹੀ ਪਛੜਿਆ ਹੋਣ ਕਰਕੇ ਖੇਡਾਂ ਦਾ ਨਾਮੋ ਨਿਸ਼ਾਨ ਨਹੀਂ ਸੀ, ਪਰ ਪਿਤਾ ਸਤਨਾਮ ਸਿੰਘ ਨੂੰ ਖੇਡਾਂ ਦਾ ਸ਼ੌਕ ਸੀ ਅਤੇ ਉਸ ਨੇ ਆਪਣੀਆਂ ਲੜਕੀਆਂ ਨੂੰ ਚੰਗੀ ਪੜ੍ਹਾਈ ਅਤੇ ਖੇਡਾਂ ਲਈ ਪਿੰਡ ਤੋਂ 20 ਕਿਲੋਮੀਟਰ ਦੂਰ ਅਜਨਾਲਾ ਵਿਖੇ ਇੱਕ ਪ੍ਰਾਈਵੇਟ ਸਕੂਲ 'ਚ ਗੁਰਜੀਤ ਕੌਰ ਅਤੇ ਇਸ ਦੀ ਛੋਟੀ ਭੈਣ ਪ੍ਰਦੀਪ ਕੌਰ ਨੂੰ ਦਾਖਲ ਕਰਵਾਇਆ। ਡੰਡੀ ਰੋਜ਼ਾਨਾ ਇਹਨਾਂ ਬੇਟੀਆਂ ਨੂੰ ਸਾਈਕਲ 'ਤੇ ਸਕੂਲ ਛੱਡਣ ਜਾਂਦੇ ਸਨ। ਡੰਡੀ ਆਰਥਿਕ ਤੰਗੀ ਕਾਰਨ 2006 'ਚ ਸਤਨਾਮ ਸਿੰਘ ਨੇ ਆਪਣੇ ਪਿੰਡ ਤੋਂ 70 ਕਿਲੋਮੀਟਰ ਦੂਰ ਸਪੋਰਟਸ ਵਿੰਗ ਕੈਰੋਂ ਤਰਨਤਾਰਨ ਵਿਖੇ ਖੇਡ ਹੋਸਟਲ ਵਿੱਚ ਦੋਵਾਂ ਭੈਣਾਂ ਨੂੰ 6ਵੀਂ ਜਮਾਤ ਵਿੱਚ ਦਾਖਲ ਕਰਵਾ ਦਿੱਤਾ ਤਾਂ ਜੋ ਇਹਨਾਂ ਨੂੰ ਚੰਗੀ ਖੁਰਾਕ, ਰਹਿਣ ਸਹਿਣ ਅਤੇ ਚੰਗੀ ਖੇਡ ਸਿਖਲਾਈ ਸਰਕਾਰੀ ਤੌਰ 'ਤੇ ਮਿਲ ਸਕੇ। ਪਰ ਕੁਝ ਸਮੇਂ ਬਾਅਦ ਇਸ ਦੀ ਛੋਟੀ ਭੈਣ ਪ੍ਰਦੀਪ ਕੌਰ ਕੈਰੋਂ ਵਿੰਗ ਛੱਡ ਕੇ ਹਾਕੀ ਦੀ ਨਰਸਰੀ ਨਹਿਰੂ ਗਾਰਡਨ ਸਕੂਲ ਜਲੰਧਰ ਵਿਖੇ ਸਾਈ ਹਾਕੀ ਕੋਚ ਬਲਜੀਤ ਕੌਰ ਦੇ ਕੋਲ ਪ੍ਰੈਕਟਿਸ ਲਈ ਆ ਗਈ। ਡੰਡੀ ਅੱਜ ਕੱਲ੍ਹ
ਟੋਕੀਓ ਵਿਖੇ ਚੱਲ ਰਹੇ 2020 ਓਲੰਪਿਕ ਮਹਾਕੁੰਭ ਵਿੱਚ 49 ਦੇਸ਼ਾਂ ਦੇ 172 ਬੈਡਮਿੰਟਨ ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚੋਂ ਸਾਈ ਪ੍ਰਨੀਤ, ਚਿਰਾਗ ਸ਼ੈਟੀ, ਸਾਤਵਿਕ ਸਰਾਜ ਅਤੇ PV ਸਿੱਧੂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਡੰਡੀ ਚਿਰਾਗ ਸ਼ੈਟੀ ਅਤੇ ਸਾਤਵਿਕ ਸਰਾਜ ਦੀ ਜੋੜੀ ਦੇ ਡਬਲ ਕੈਟਾਗਰੀ ਵਿੱਚ ਲੀ ਯਾਂਗ ਅਤੇ ਵਾਂਗ ਲਿਨ ਵਿਰੁੱਧ ਪਹਿਲਾ ਮੈਚ ਖੇਡਦਿਆਂ ਤਾਈਪਈ ਦੀ ਜੋੜੀ ਨੂੰ ਮਾਤ ਦਿੱਤੀ ਸੀ, ਪਰ ਦੂਜੇ ਮੈਚ ਵਿੱਚ ਭਾਰਤੀ ਜੋੜੀ ਨੂੰ ਇੰਡੋਨੇਸ਼ੀਆਈ ਜੋੜੀ ਮਾਰਕਸ ਅਤੇ ਕੇਵਿਨ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ। ਡੰਡੀ ਇਸ ਜੋੜੀ ਨੇ ਬਰਤਾਨਵੀ ਜੋੜੀ ਬਿਨ ਲੇਨ ਅਤੇ ਸੀਨ ਵੈਂਡੀ ਖਿਲਾਫ ਸੰਘਰਸ਼ ਕਰਦਿਆਂ ਮੈਚ ਤਾਂ ਜਿੱਤ ਲਿਆ, ਪਰ ਜੇਤੂ ਅੰਕਾਂ ਦੇ ਘੱਟ ਫਰਕ ਦੇ ਆਧਾਰ 'ਤੇ ਇਹ ਭਾਰਤੀ ਜੋੜੀ ਕੁਆਟਰ ਫਾਈਨਲ ਵਾਲੀ ਦਹਲੀਜ਼ ਪਾਰ ਕਰਨ ਵਿੱਚ ਨਾਕਾਮ ਰਹੀ। ਡੰਡੀ ਇਸੇ ਤਰ੍ਹਾਂ ਪੁਰਸ਼ਾਂ ਦੀ ਸਿੰਗਲ ਕੈਟਾਗਰੀ ਵਿੱਚ ਭਾਰਤੀ ਖਿਡਾਰੀ ਸਾਈ ਪ੍ਰਨੀਤ ਇਜ਼ਰਾਈਲ ਅਤੇ ਨੀਦਰਲੈਂਡ ਦੇ ਖਿਡਾਰੀਆਂ ਮੀਸ਼ਾ ਜਿਬਰਮੈਨ ਅਤੇ ਮਾਰਕ ਹੱਥੋਂ ਆਪਣੇ ਦੋਵੇਂ ਮੈਚ ਹਾਰ ਕੇ ਓਲੰਪਿਕ ਤਗਮੇ ਦੀ ਦੌੜ ਵਿੱਚੋਂ ਬਾਹਰ ਹੋ ਚੁੱਕਾ ਹੈ। ਡੰਡੀ ਮਹਿਲਾ ਵਰਗ ਵਿੱਚ ਭਾਰਤ ਬੈਡਮਿੰਟਨ ਦੀ ਸ਼ਾਨ ਅਤੇ ਸਾਲ 2016 ਦੀ ਰੀਓ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਹੋਣਹਾਰ ਖਿਡਾਰਨ PV ਸਿੰਧੂ ਨੇ ਆਪਣੇ ਗਰੁੱਪ ਦੇ ਪਹਿਲੇ ਦੋਵੇਂ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਦੇ ਬੈਡਮਿੰਟਨ ਵਿੱਚ 65 ਨੂੰ ਪੱਕਿਆਂ ਕੀਤਾ। ਡੰਡੀ ਉਸਨੇ ਇਜ਼ਰਾਈਲ ਦੇ ਪੋਲਕਰ ਪੋਵਾ ਨੂੰ 21-7 ਅਤੇ 21-10 ਦੇ ਫਰਕ ਨਾਲ ਅਤੇ ਹਾਂਗਕਾਂਗ ਦੀ ਕਿਉਂਗ ਗਾਨ ਯੀ ਨੂੰ 21-9 ਅਤੇ 21-16 ਦੇ ਫਰਕ ਨਾਲ ਹਰਾਉਣ ਤੋਂ ਬਾਅਦ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦਿਆਂ ਹੋਇਆਂ ਰਾਊਂਡ ਆਫ 16 ਦੇ ਮੈਚ ਵਿੱਚ ਡੈਨਮਾਰਕ ਦੀ ਖਿਡਾਰਨ ਬਲਿਚ ਫੈਡ 21-15 ਤੇ 21-13 ਦੇ ਫਰਕ ਨਾਲ ਸ਼ਿਕਸਤ ਦੇ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ। ਡੰਡੀ 30 ਜੁਲਾਈ 2021 ਨੂੰ ਖੇਡੇ ਗਏ ਜ਼ਬਰਦਸਤ ਕੁਆਟਰ ਫਾਈਨਲ ਮੁਕਾਬਲੇ ਵਿੱਚ ਸਿੰਧੂ ਨੇ ਜਾਪਾਨ ਦੀ ਯਾਮਾਗੁਚੀ ਨੂੰ 21-7 ਅਤੇ 22-20 ਦੇ ਸਿੱਧੇ ਸੈਟਾਂ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਪਾ ਲਿਆ, ਜਿੱਥੇ ਉਸ ਦਾ ਟਾਕਰਾ ਵਿਸ਼ਵ ਦੀ ਪਹਿਲੇ ਨੰਬਰ ਦੀ ਖਿਡਾਰਨ ਤਾਈਪਈ ਦੀ ਤਾਈ ਜੂ ਯੰਗ ਨਾਲ ਹੋਇਆ। ਇਸ ਗਹਿ-ਗੱਚ ਮੁਕਾਬਲੇ ਵਿੱਚ ਸਿੰਧੂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ, ਪਰ ਇਸ ਦੇ ਬਾਵਜੂਦ ਉਹ 21-16 ਅਤੇ 21-12 ਅੰਕਾਂ ਦੇ ਫਰਕ ਨਾਲ ਮਾਤ ਪਾ ਗਈ। ਡੰਡੀ ਇਸ ਹਾਰ ਦੇ ਬਾਵਜੂਦ ਉਹ ਕਰੋੜਾਂ ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਜਿੱਤਣ ਵਿੱਚ ਕਾਮਯਾਬ ਰਹੀ। ਡੰਡੀ 1 ਅਗਸਤ 2021 ਦੇ ਦਿਨ ਇਸ ਮਹਾਨ ਖਿਡਾਰਨ ਨੇ ਭਾਰਤ ਦੇ 138 ਕਰੋੜ ਲੋਕਾਂ ਨੂੰ ਖੁਸ਼ੀ ਦਾ ਇੱਕ ਵੱਡਾ ਮੌਕਾ ਪ੍ਰਦਾਨ ਕਰਦਿਆਂ ਹੋਇਆਂ ਚੀਨ ਦੀ ਹੀ ਬਿੰਗ ਜਿਓਂਗ ਨੂੰ ਸਿੱਧੇ ਸੈਟਾਂ ਵਿੱਚ 21-13 ਅਤੇ 21-15 ਦੇ ਅੰਤਰ ਨਾਲ ਧੂੜ ਚਟਾਉਂਦਿਆਂ ਹੋਇਆਂ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾ ਦਿੱਤਾ।
ਡੰਡੀ। ਆਕਾਸ਼ ਸਿੰਘ ਉੱਤਰਾਖੰਡ ਦੀ ਨੇਤਰਹੀਨ ਫੁੱਟਬਾਲ ਦੀ ਟੀਮ ਦਾ ਉਮਰ ਅਤੇ ਕੱਦ ਦਾ ਛੋਟਾ ਪਰ ਬਹੁਤ ਹੀ ਮਜ਼ਬੂਤ ਅਤੇ ਜ਼ਬਰਦਸਤ ਫੁੱਟਬਾਲਰ ਹੈ, ਜਿਹੜਾ ਕਿਸੇ ਵੀ ਟੀਮ ਦੇ ਵੱਡੇ ਤੋਂ ਵੱਡੇ ਖਿਡਾਰੀ ਨੂੰ ਰੋਕ ਲੈਣ ਦਾ ਮਜ਼ਬੂਤ ਮਾਦਾ ਰੱਖਦਾ ਹੈ। ਡੰਡੀ। ਆਕਾਸ਼ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਵਿਖੇ ਪਿਤਾ ਲਕਸ਼ਮਣ ਸਿੰਘ ਦੇ ਘਰ ਮਾਤਾ ਕੁੰਤੀ ਦੇਵੀ ਦੀ ਕੁੱਖੋਂ ਹੋਇਆ। ਡੰਡੀ। ਆਕਾਸ਼ ਸਿੰਘ ਬਚਪਨ ਤੋਂ ਹੀ ਨੇਤਰਹੀਨ ਹੈ, ਇਸ ਲਈ ਮਾਂ ਬਾਪ ਨੇ ਉਸ ਨੂੰ ਵਿੱਦਿਆ ਲਈ ਦੇਹਰਾਦੂਨ ਦੇ ਨੇਤਰਹੀਨ ਸਕੂਲ NIVH ਵਿੱਚ ਦਾਖਲ ਕਰਵਾ ਦਿੱਤਾ, ਜਿੱਥੇ ਆਕਾਸ਼ ਸਿੰਘ ਨੇ ਆਪਣਾ ਕਦਮ ਸਿੱਖਿਆ ਵੱਲ ਹੀ ਨਹੀਂ ਵਧਾਇਆ, ਸਗੋਂ ਉਹ ਖੇਡਾਂ ਵਿੱਚ ਵੀ ਭਾਗ ਲੈਣ ਲੱਗਿਆ। ਡੰਡੀ। ਸਕੂਲ ਦੇ ਕੋਚ ਅਤੇ ਅਧਿਆਪਕ ਸ਼੍ਰੀ ਨਰੇਸ਼ ਸਿੰਘ ਨਿਹਾਲ ਦੀ ਰਹਿਨੁਮਾਈ ਅਤੇ ਕੋਚਿੰਗ ਸਦਕਾ ਹੀ ਉਹ ਇੱਕ ਚੰਗਾ ਫੁੱਟਬਾਲਰ ਬਣ ਕੇ ਨੇਤਰਹੀਨ ਟੀਮ ਦਾ ਅੱਜ ਅਹਿਮ ਹਿੱਸਾ ਹੈ ਅਤੇ ਆਕਾਸ਼ ਸਿੰਘ ਨੇ ਨੈਸ਼ਨਲ ਪੱਧਰ 'ਤੇ ਖੇਡ ਕੇ ਕਈ ਵਾਰੀ ਆਪਣੀ ਟੀਮ ਨੂੰ ਜਿੱਤ ਦਿਵਾ ਕੇ ਤਗਮੇ ਹਾਸਲ ਕੀਤੇ ਹਨ। ਡੰਡੀ। ਉਸ ਦੀ ਇੱਛਾ ਹੈ ਕਿ ਉਹ ਭਾਰਤ ਦੀ ਨੇਤਰਹੀਨ ਟੀਮ ਵਿੱਚ ਆਪਣੀ ਜਗ੍ਹਾ ਬਣਾ ਕੇ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਦੇਸ਼ ਦਾ ਨਾਂ ਰੌਸ਼ਨ ਕਰੇ। ਡੰਡੀ। ਆਕਾਸ਼ ਸਿੰਘ ਨੂੰ ਸੰਗੀਤ ਵਿੱਚ ਵੀ ਰੁਚੀ ਹੈ ਅਤੇ ਉਹ ਸਕੂਲ ਵਿੱਚ ਹੋਣ ਵਾਲੇ ਸੱਭਿਆਚਾਰਕ ਸਮਾਗਮਾਂ ਵਿੱਚ ਡਰਮ ਵੀ ਵਜਾਉਂਦਾ ਹੈ ਅਤੇ ਉਹ ਕ੍ਰਿਕਟ ਵੀ ਚੰਗੀ ਖੇਡਦਾ ਹੈ, ਪਰ ਫੁੱਟਬਾਲ ਖੇਡਣਾ ਉਸ ਦਾ ਸ਼ੌਕ ਹੀ ਨਹੀਂ, ਸਗੋਂ ਜਨੂੰਨ ਵੀ ਹੈ। ਡੰਡੀ। ਦੂਸਰੇ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਕੇ ਖੁਸ਼ੀਆਂ ਬਟੋਰਨ ਵਾਲਾ ਆਕਾਸ਼ ਸਿੰਘ ਬੁਲੰਦੀਆਂ ਛੂਹੇ, ਇਹ ਮੇਰੀ ਦੁਆ ਹੈ। ਡੰਡੀ। ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਨੂੰ ਓਲੰਪਿਕ ਖੇਡਾਂ 'ਚ ਕਿਸੇ ਵੀ ਕਿਸਮ ਦੇ ਰਾਜਨੀਤਿਕ, ਸਮਾਜਿਕ ਜਾਂ ਧਾਰਮਿਕ ਮਸਲਿਆਂ ਦੇ ਹੱਕ ਜਾਂ ਵਿਰੋਧ 'ਚ ਆਵਾਜ਼ ਉਠਾਉਣ ਦੀ ਆਗਿਆ ਨਹੀਂ ਸੀ ਹੁੰਦੀ, ਪਰ ਕੌਮਾਂਤਰੀ ਓਲੰਪਿਕ ਸੰਘ ਨੇ ਚਲੰਤ ਓਲੰਪਿਕ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਨੂੰ ਕਿਸੇ ਵੀ ਮਸਲੇ ਸੰਬੰਧੀ ਦਾਇਰੇ 'ਚ ਰਹਿ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਆਗਿਆ ਦੇ ਦਿੱਤੀ ਸੀ। ਡੰਡੀ। ਪਰ ਕੋਈ ਵੀ ਖਿਡਾਰੀ ਪੋਡੀਅਮ, ਜੇਤੂ ਮੰਚ 'ਤੇ ਤਗਮੇ ਹਾਸਲ ਕਰਨ ਮੌਕੇ ਕਿਸੇ ਕਿਸਮ ਦੀ ਬਗਾਵਤੀ ਆਵਾਜ਼ ਬੁਲੰਦ ਨਹੀਂ ਕਰ ਸਕਦਾ। ਡੰਡੀ। ਇਸ ਖੁੱਲ੍ਹ ਸਦਕਾ ਟੋਕੀਓ ਓਲੰਪਿਕ 'ਚ ਇਸ ਕਿਸਮ ਦੀਆਂ ਸਰਗਰਮੀਆਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਦੌਰਾਨ ਖਿਡਾਰੀਆਂ ਨੇ ਵੱਖ-ਵੱਖ ਮੁੱਦਿਆਂ ਨੂੰ ਵਿਸ਼ਵ ਪੱਧਰ 'ਤੇ ਉਭਾਰਨ ਦਾ ਯਤਨ ਕੀਤਾ। ਡੰਡੀ। ਟੋਕੀਓ ਓਲੰਪਿਕਸ 'ਚ ਫੁੱਟਬਾਲ ਖਿਡਾਰੀਆਂ ਨੇ ਸੀਮਤ ਦਾਇਰੇ 'ਚ ਰਹਿ ਕੇ ਆਵਾਜ਼ ਬੁਲੰਦ ਕਰਨ ਦੀ ਸ਼ੁਰੂਆਤ ਕੀਤੀ। ਡੰਡੀ। ਟੋਕੀਓ ਓਲੰਪਿਕਸ ਦੇ ਪਹਿਲੇ ਦਿਨ ਚਿਲੀ ਤੇ ਬਰਤਾਨੀਆ, ਗ੍ਰੇਟ ਬ੍ਰਿਟੇਨ ਦਰਮਿਆਨ ਹੋਏ ਔਰਤਾਂ ਦੇ ਫੁੱਟਬਾਲ ਮੈਚ ਦੌਰਾਨ ਪਹਿਲਾਂ ਬਰਤਾਨਵੀ ਖਿਡਾਰੀਆਂ ਨੇ ਮੈਦਾਨ 'ਚ ਗੋਡਿਆਂ ਭਾਰ ਬੈਠ ਕੇ ਨਸਲਵਾਦ ਖਿਲਾਫ ਆਵਾਜ਼ ਬੁਲੰਦ ਕੀਤੀ। ਡੰਡੀ। ਭਾਰਤ ਨੂੰ ਪਿੰਡਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਵੀ 12,000 ਤੋਂ ਵੱਧ
ਪਿੰਡ ਹਨ। ਡੰਡੀ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਪਿੰਡਾਂ ਦਾ ਜ਼ਿਕਰ ਕਰੀਏ ਤਾਂ ਬੜੀ ਰੌਚਕ ਅਤੇ ਖੂਬਸੂਰਤ ਤਸਵੀਰ ਨਜ਼ਰ ਆਏਗੀ। ਡੰਡੀ ਪਿੰਡਾਂ ਦੇ ਬਹੁਤ ਸਾਰੇ ਘਰ ਕੱਚੇ ਸਨ। ਡੰਡੀ ਹਾਂ ਕੁਝ ਸਰਦੇ ਪੁੱਜਦੇ ਲੋਕਾਂ ਦੇ ਘਰ ਛੋਟੀ ਨਾਨਕਸ਼ਾਹੀ ਇੱਟ ਦੇ ਬਣੇ ਹੋਏ ਸਨ। ਡੰਡੀ ਕੋਈ ਟਾਵਾਂ ਹੀ ਵੱਡੀ ਇੱਟ ਦਾ ਬਣਿਆ ਹੋਇਆ ਸੀ। ਡੰਡੀ ਗਲੀਆਂ ਨਾਲੀਆਂ ਕੱਚੀਆਂ ਸਨ। ਡੰਡੀ ਛੱਤਾਂ ਬਾਲਿਆਂ ਅਤੇ ਸ਼ਹਿਤੀਰਾਂ ਦੀਆਂ ਸਨ। ਇਹਨਾਂ ਉੱਪਰ ਸਿਰਕੀਆਂ ਜਾਂ ਕਾਨੇ ਪਾ ਕੇ ਮਿੱਟੀ ਗਾਰੇ ਨਾਲ ਲਿਪਿਆ ਜਾਂਦਾ ਸੀ। ਡੰਡੀ ਪਿੰਡ ਵਿੱਚ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਆਪਸ ਵਿੱਚ ਮਿਲੀਆਂ ਹੋਈਆਂ ਹੁੰਦੀਆਂ ਸਨ। ਭਾਵ ਤੁਸੀਂ ਆਪਣੇ ਘਰ ਦੀ ਛੱਤ 'ਤੇ ਚੜ੍ਹ ਕੇ ਆਸਾਨੀ ਨਾਲ ਗੁਆਂਢੀ ਦੀ ਛੱਤ 'ਤੇ ਜਾ ਸਕਦੇ ਸੀ। ਡੰਡੀ ਗਰਮੀ ਦੀ ਰੁੱਤ ਵਿੱਚ ਲੋਕ ਛੱਤਾਂ 'ਤੇ ਚੜ੍ਹ ਕੇ ਸੌਂਦੇ ਸਨ। ਇਸ ਤਰ੍ਹਾਂ ਰਾਤ ਨੂੰ ਤਾਜ਼ੀ ਹਵਾ ਮਿਲਦੀ। ਡੰਡੀ ਛੱਤਾਂ 'ਤੇ ਖੂਬ ਰੌਣਕ ਹੁੰਦੀ। ਡੰਡੀ ਲੋਕ ਆਪਣੀ ਛੱਤ ਤੋਂ ਦੂਸਰੀ ਛੱਤ ਵਾਲਿਆਂ ਨਾਲ ਖੂਬ ਗੱਪ-ਸ਼ੱਪ ਮਾਰਦੇ ਸਨ। ਡੰਡੀ ਬਿਜਲੀ ਕਿਸੇ ਵੱਡੇ ਸ਼ਹਿਰ ਵਿੱਚ ਹੀ ਸੀ। ਡੰਡੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਬਿਜਲੀ ਨਹੀਂ ਸੀ। ਡੰਡੀ ਬਰਸਾਤ ਦੇ ਮੌਸਮ ਵਿੱਚ ਬਹੁਤ ਸਾਰੇ ਕੱਚੇ ਘਰ ਅਕਸਰ ਡਿੱਗ ਪੈਂਦੇ ਸਨ। ਮੌਸਮ ਲੰਘ ਜਾਣ 'ਤੇ ਨਵੇਂ ਸਿਰੇ ਤੋਂ ਘਰਾਂ ਦੀ ਉਸਾਰੀ ਕੀਤੀ ਜਾਂਦੀ ਸੀ। ਡੰਡੀ ਮਿੱਟੀ ਦੀਆਂ ਕੰਧਾਂ ਬਣਾ ਕੇ ਪਹਿਲਾਂ ਵਾਲੇ ਲੱਕੜੀ ਦੇ ਬਾਲੇ ਅਤੇ ਸ਼ਤੀਰਾਂ ਦੀਆਂ ਛੱਤ ਬਣਾ ਲਈ ਜਾਂਦੀ ਸੀ ਤਾਂ ਜੋ ਆ ਰਹੀ ਸਰਦੀ ਰੁੱਤ ਵਿੱਚ ਠੰਡ ਤੋਂ ਬਚਿਆ ਜਾ ਸਕੇ। ਡੰਡੀ ਪਿੰਡਾਂ ਦੇ ਸਿਰੜੀ ਅਤੇ ਮਿਹਨਤਕਸ਼ ਲੋਕ ਇਸ ਢਾਹ ਉਸਾਰੀ ਤੋਂ ਤੰਗ ਨਹੀਂ ਹੁੰਦੇ ਸਨ, ਸਗੋਂ ਇੱਕ ਦੂਜੇ ਦੀ ਦੇਖਾ ਦੇਖੀ ਆਪਣੇ ਘਰਾਂ ਦੀ ਮੁੜ ਉਸਾਰੀ ਬੜੇ ਸ਼ੌਕ ਅਤੇ ਉਤਸ਼ਾਹ ਨਾਲ ਕਰਦੇ ਸਨ। ਡੰਡੀ ਰਾਤ ਨੂੰ ਪਿੰਡਾਂ ਵਿੱਚ ਘੁੱਪ ਹਨੇਰਾ ਪਸਰ ਜਾਂਦਾ ਸੀ। ਡੰਡੀ ਸਿਰਫ ਘਰਾਂ ਦੇ ਅੰਦਰ ਹੀ ਸਰੋਂ ਜਾਂ ਮਿੱਟੀ ਦੇ ਤੇਲ ਦੇ ਦੀਵੇ ਹੀ ਟਿਮਟਿਮਾਉਂਦੇ ਸਨ। ਡੰਡੀ ਪਿੰਡਾਂ ਦੀ ਸਵੇਰ ਬੜੀ ਸੁਹਾਵਣੀ, ਸ਼ੁੱਧ ਅਤੇ ਖੂਬਸੂਰਤ ਹੁੰਦੀ ਸੀ। ਡੰਡੀ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਮੋਰਾਂ ਦੀ ਪਾਇਲ ਅਤੇ ਕੋਇਲ ਦੀ ਕੂੰ-ਕੂੰ ਤਾਂ ਸਵਰਗ ਵਰਗਾ ਨਜ਼ਾਰਾ ਰਚ ਦਿੰਦੀ ਸੀ। ਡੰਡੀ ਉੱਧਰ ਮੰਦਰਾਂ, ਗੁਰਦੁਆਰਿਆਂ ਅਤੇ ਮਸੀਤਾਂ ਵਿੱਚ ਧਾਰਮਿਕ ਕਾਰਜਾਂ ਦਾ ਆਪਣਾ ਹੀ ਰੰਗ ਹੁੰਦਾ ਸੀ। ਡੰਡੀ ਸਭ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਸਨ। ਡੰਡੀ ਪਿੰਡਾਂ 'ਚ ਰਹਿਣ ਵਾਲੇ ਲੋਕ ਅਮਨ ਪਸੰਦ ਅਤੇ ਆਪਸੀ ਮੇਲ ਜੋਲ ਦੇ ਹਾਮੀ ਹੁੰਦੇ ਸਨ। ਡੰਡੀ ਜਿੱਥੋਂ ਤੱਕ ਤਾਲੀਮੀ ਪ੍ਰਬੰਧ ਦੀ ਗੱਲ ਹੈ, ਕਿਸੇ ਵੇਲੇ ਹੀ ਵੱਡੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੁੰਦਾ ਸੀ ਜੋ ਕਿ ਮਦਰਸੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਡੰਡੀ ਹਾਈ ਸਕੂਲ ਅਤੇ ਕਾਲਜ ਵੱਡੇ ਵੱਡੇ ਸ਼ਹਿਰਾਂ 'ਚ ਹੀ ਮਿਲਦੇ ਸਨ। ਡੰਡੀ ਉੱਚੀ ਪੜ੍ਹਾਈ ਕੋਈ ਵਿਰਲਾ ਹੀ ਕਰਦਾ ਸੀ। ਡੰਡੀ ਪ੍ਰਾਇਮਰੀ 4 ਜਾਂ 6 ਕਲਾਸਾਂ ਦੀ ਹੁੰਦੀ ਸੀ। ਡੰਡੀ ਪ੍ਰਾਇਮਰੀ ਤੱਕ 2-3 ਹੀ ਕਿਤਾਬਾਂ ਹੁੰਦੀਆਂ ਸਨ। ਡੰਡੀ 8ਵੀਂ 10ਵੀਂ ਤੱਕ ਸਿਰਫ 5 ਹੀ ਵਿਸ਼ੇ ਹੁੰਦੇ ਸਨ। ਡੰਡੀ ਹੁਣ ਤਾਂ ਬੱਚਿਆਂ ਤੋਂ ਬਸਤੇ ਭਾਰੇ ਹੋ ਗਏ ਲੱਗਦੇ ਹਨ। ਡੰਡੀ
ਬਰਤਾਨਵੀ ਖਿਡਾਰਨਾਂ ਦੀ ਇਸ ਗਤੀਵਿਧੀ ਨੂੰ ਦੇਖਦੇ ਹੋਏ ਚਿਲੀ ਦੀਆਂ ਖਿਡਾਰਨਾਂ ਨੇ ਵੀ ਗੋਡਿਆਂ ਭਾਰ ਬੈਠ ਕੇ ਬਰਤਾਨਵੀ ਖਿਡਾਰਨਾਂ ਦਾ ਸਾਥ ਦਿੱਤਾ। ਡੰਡੀ ਇਸ ਤੋਂ ਇੱਕ ਘੰਟੇ ਬਾਅਦ ਸਵੀਡਨ ਅਤੇ ਅਮਰੀਕਾ ਦੇ ਖਿਡਾਰੀਆਂ ਨੇ ਵੀ ਅਜਿਹਾ ਹੀ ਕੀਤਾ। ਡੰਡੀ ਦੱਸਣਯੋਗ ਹੈ ਕਿ ਫੀਫਾ ਵੱਲੋਂ ਵੀ ਹਾਲ ਹੀ ਵਿੱਚ ਫੁੱਟਬਾਲਰਾਂ ਨੂੰ ਦਾਇਰੇ 'ਚ ਰਹਿ ਕੇ ਕਿਸੇ ਵੀ ਮੁੱਦੇ 'ਤੇ ਆਵਾਜ਼ ਉਠਾਉਣ ਦੀ ਆਗਿਆ ਦਿੱਤੀ ਹੈ। ਡੰਡੀ ਫੁੱਟਬਾਲ ਖਿਡਾਰਨਾਂ ਵੱਲੋਂ ਟੋਕੀਓ ਓਲੰਪਿਕਸ 'ਚ ਕੀਤੀ ਗਈ ਇਸ ਪਹਿਲਕਦਮੀ ਦੇ ਨਕਸ਼ ਇਹ ਕਦਮ 'ਤੇ ਚੱਲਦਿਆਂ ਜਰਮਨੀ ਦੀਆਂ ਜਿਮਨਾਸਟਿਕ ਖਿਡਾਰਨਾਂ ਨੇ ਵੀ ਵਿਲੱਖਣ ਤਰੀਕੇ ਨਾਲ ਖਿਡਾਰਨਾਂ ਦੇ ਸ਼ੋਸ਼ਣ ਖਿਲਾਫ ਆਵਾਜ਼ ਬੁਲੰਦ ਕੀਤੀ। ਡੰਡੀ ਜਰਮਨ ਜਿਮਨਾਸਟ ਸਰਕਾਰ ਵੌਸ ਅਤੇ ਸਾਥਣਾ ਨੇ ਜਿਮਨਾਸਟਿਕ ਖੇਡ ਦੇ ਨਿਯਮਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਪੂਰੀ ਪੁਸ਼ਾਕ ਪਹਿਨ ਕੇ ਮੁਕਾਬਲੇ 'ਚ ਹਿੱਸਾ ਲਿਆ। ਡੰਡੀ ਵੌਸ ਅਤੇ ਉਸ ਦੀਆਂ ਸਾਥਣਾਂ ਨੇ ਗਿੱਟਿਆਂ ਤੋਂ ਲੈ ਕੇ ਗਰਦਨ ਤੱਕ ਆਪਣੇ ਸਰੀਰ ਪੂਰੀ ਤਰ੍ਹਾਂ ਪੁਸ਼ਾਕ ਨਾਲ ਢੱਕ ਕੇ ਮੁਕਾਬਲੇ 'ਚ ਹਿੱਸਾ ਲਿਆ। ਇਹਨਾਂ ਖਿਡਾਰਨਾਂ ਨੇ ਜਿਮਨਾਸਟਿਕ 'ਚ ਖਿਡਾਰਨਾਂ ਨੂੰ ਬਹੁਤ ਘੱਟ ਕੱਪੜੇ ਪਾ ਕੇ ਖੇਡਣ ਵਾਲੇ ਨਿਯਮਾਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਡੰਡੀ ਦੱਸਣਯੋਗ ਹੈ ਕਿ ਜਿਮਨਾਸਟਿਕ ਤੋਂ ਇਲਾਵਾ ਬੀਚ ਵਾਲੀਬਾਲ, ਤੈਰਾਕੀ ਅਤੇ ਐਥਲੈਟਿਕਸ ਵਰਗੀਆਂ ਖੇਡਾਂ 'ਚ ਔਰਤਾਂ ਦੀਆਂ ਪੁਸ਼ਾਕਾਂ 'ਤੇ ਅਕਸਰ ਹੀ ਉਂਗਲੀਆਂ ਉੱਠਦੀਆਂ ਰਹਿੰਦੀਆਂ ਹਨ। ਡੰਡੀ ਔਰਤ ਖਿਡਾਰਨਾਂ ਵੱਲੋਂ ਬੁਲੰਦ ਕੀਤੀ ਆਵਾਜ਼ ਨੇ ਹਾਂਗਕਾਂਗ ਦੇ ਬੈਡਮਿੰਟਨ ਖਿਡਾਰੀ ਐਂਗਾਸ ਨਗਕਲੋਗ ਨੂੰ ਵੀ ਦਲੇਰੀ ਪ੍ਰਦਾਨ ਕੀਤੀ। ਡੰਡੀ ਉਸ ਨੇ ਓਲੰਪਿਕਸ 'ਚ ਬੈਡਮਿੰਟਨ ਮੁਕਾਬਲਿਆਂ ਦੌਰਾਨ ਕਾਲੀ ਕਿੱਟ ਪਹਿਨ ਕੇ ਹਿੱਸਾ ਲਿਆ। ਡੰਡੀ ਐਂਗਾਸ ਨੇ ਆਪਣੀ ਟੀ-ਸ਼ਰਟ 'ਤੇ ਹੱਥ ਨਾਲ ਹਾਂਗਕਾਂਗ ਚਾਈਨਾ ਲਿਖ ਕੇ ਆਪਣਾ ਵਿਰੋਧ ਪ੍ਰਗਟਾਇਆ। ਡੰਡੀ ਹੈਂਗਾਸ ਦੇ ਇਸ ਰੋਸ ਕਰਨ ਦੇ ਤਰੀਕੇ 'ਚ ਚੀਨੀ ਸਿਆਸਤਦਾਨਾਂ ਨੇ ਤਿੱਖਾ ਵਿਰੋਧ ਕੀਤਾ, ਪਰ ਹਾਂਗਕਾਂਗ ਦੇ ਖੇਡ ਪ੍ਰਬੰਧਕਾਂ ਨੇ ਉਹਨਾਂ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ। ਡੰਡੀ ਔਰਤ ਫੁੱਟਬਾਲਰਾਂ ਵੱਲੋਂ ਉਠਾਈ ਗਈ ਆਵਾਜ਼ ਦਾ ਅਸਰ ਭਾਰਤੀ ਬੈਡਮਿੰਟਨ ਖਿਡਾਰਨ ਮਨਿਕਾ ਬੱਤਰਾ 'ਤੇ ਵੀ ਦੇਖਣ ਨੂੰ ਮਿਲਿਆ। ਡੰਡੀ ਉਸ ਨੇ ਓਲੰਪਿਕ ਦੌਰਾਨ ਆਪਣੇ ਨਿੱਜੀ ਕੋਚ ਸਨਮਏ ਪਰਾਂਜਪੇ ਨੂੰ ਮੈਚ ਦੌਰਾਨ ਮੈਦਾਨ 'ਚ ਨਾ ਜਾਣ ਖਿਲਾਫ ਆਵਾਜ਼ ਉਠਾਈ। ਡੰਡੀ ਬੱਤਰਾ ਨੇ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਸੌਮਿਆਦੀਪ ਰੋਈ ਨੂੰ ਮੈਚਾਂ ਦੌਰਾਨ ਮੈਦਾਨ 'ਚ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ। ਡੰਡੀ ਜਿਸ ਕਾਰਨ ਬੱਤਰਾ ਦੇ ਮੈਚਾਂ ਦੌਰਾਨ ਕੋਚ ਦੀ ਕੁਰਸੀ ਖਾਲੀ ਰਹੀ। ਡੰਡੀ ਦੱਸਣਯੋਗ ਹੈ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਬੱਤਰਾ ਦੇ ਕੋਚ ਸਨਮਏ ਪਰਾਂਜਪੇ ਦੀ ਜੋ ਐਕਰੀਡੇਸ਼ਨ ਕਰਵਾਈ ਸੀ, ਉਸ ਅਨੁਸਾਰ ਪਰਾਂਜਪੇ ਨੂੰ ਖੇਡ ਪਿੰਡ ਤੇ ਮੈਦਾਨ 'ਚ ਜਾਣ ਦੀ ਆਗਿਆ ਨਹੀਂ ਸੀ। ਡੰਡੀ ਜਿਸ ਖਿਲਾਫ ਬੱਤਰਾ ਨੇ ਭਾਰਤੀ ਖੇਡ ਪ੍ਰਬੰਧਕਾਂ ਕੋਲ ਓਲੰਪਿਕਸ ਤੋਂ ਪਹਿਲਾਂ ਵਾਰ-ਵਾਰ ਆਵਾਜ਼ ਉਠਾਈ, ਪਰ ਪਰਾਂਜਪੇ ਦੀ ਐਕਰੀਡੇਸ਼ਨ 'ਚ ਤਬਦੀਲੀ ਨਹੀਂ ਹੋਈ। ਡੰਡੀ ਜਿਸ ਤੋਂ ਦੁਖੀ ਹੋ ਕੇ ਬੱਤਰਾ ਨੇ ਕੌਮੀ ਟੀਮ ਦੇ ਕੋਚ ਨੂੰ ਮੈਚਾਂ ਦੌਰਾਨ ਨਾਲ ਲਿਜਾਣ ਤੋਂ ਨਾਂਹ ਕਰਕੇ ਆਪਣੇ ਕੋਚ ਦਾ ਮਾਮਲਾ ਜਨਤਕ ਕਰ ਦਿੱਤਾ। ਡੰਡੀ ਕੌਮਾਂਤਰੀ ਓਲੰਪਿਕ ਸੰਘ ਵੱਲੋਂ ਖਿਡਾਰੀਆਂ ਨੂੰ ਸੀਮਤ ਦਾਇਰੇ 'ਚ ਰਹਿ ਕੇ ਕਿਸੇ ਵੀ ਮੁੱਦੇ 'ਤੇ ਆਵਾਜ਼ ਉਠਾਉਣ ਸੰਬੰਧੀ ਦਿੱਤੀ ਇਜਾਜ਼ਤ ਸਦਕਾ ਟੋਕੀਓ ਓਲੰਪਿਕਸ ਤੋਂ ਬਗਾਵਤੀ ਸੁਰਾਂ ਉਭਾਰਨ ਦਾ ਨਵਾਂ ਸਿਲਸਿਲਾ ਸ਼ੁਰੂ ਹੋਇਆ ਹੈ। ਯੁੱਗਾਂ ਵੱਲ
ਝਾਤੀ ਮਾਰੀਏ ਤਾਂ ਇਹ ਪ੍ਰਤੀਤ ਹੁੰਦਾ ਹੈ ਕਿ ਵਰਤਮਾਨ ਯੁੱਗ ਸਭ ਤੋਂ ਕਠਿਨ ਅਤੇ ਗੁੰਝਲਦਾਰ ਹੈ। ਡੰਡੀ ਇਹ ਸੰਤਾਪ ਹਰ ਇੱਕ ਵਰਗ ਨੂੰ ਹੰਢਾਉਣਾ ਪੈ ਰਿਹਾ ਹੈ। ਡੰਡੀ ਵੱਡਿਆਂ ਨਾਲ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਡੰਡੀ ਅਜੋਕੇ ਦੌਰ ਵਿੱਚ ਨਸ਼ਿਆਂ ਦਾ ਵੱਧ ਰਿਹਾ ਰੁਝਾਨ, ਨਿਰਾਸ਼ਾ, ਆਤਮ ਹੱਤਿਆਵਾਂ ਇਸੇ ਹੀ ਔਖੀ ਘੜੀ ਦਾ ਨਿਚੋੜ ਹਨ। ਡੰਡੀ ਜੇਕਰ ਅਸੀਂ ਇਕੱਲੇ ਭਾਰਤ ਦੇ ਅੰਕੜਿਆਂ ਵੱਲ ਵੀ ਝਾਤੀ ਮਾਰੀਏ ਤਾਂ ਨਸ਼ਿਆਂ ਵੱਲ ਵੱਧਦੇ ਬੱਚਿਆਂ ਦੀ ਗਿਣਤੀ 1.5 ਕਰੋੜ ਤੋਂ ਵੀ ਵੱਧ ਚੁੱਕੀ ਹੈ। ਡੰਡੀ ਪਰ ਇਹਨਾਂ ਸਮੱਸਿਆਵਾਂ ਦਾ ਸਿਹਰਾ ਸਿਰਫ 1-2 ਤੱਤਾਂ ਨੂੰ ਦੇ ਕੇ ਅਸੀਂ ਫਾਰਗ ਨਹੀਂ ਹੋ ਸਕਦੇ। ਡੰਡੀ ਬੱਚਿਆਂ ਦਾ ਅਜਿਹੀਆਂ ਬੁਰੀਆਂ ਆਦਤਾਂ ਵੱਲ ਵਧਣ ਦਾ ਸਭ ਤੋਂ ਵੱਡਾ ਕਾਰਨ ਮਾਨਸਿਕਤਾ ਨਾਲ ਜੁੜਿਆ ਹੈ। ਡੰਡੀ ਅਜਿਹੀਆਂ ਭਵਿੱਖ ਉਜਾੜੂ ਲਾਹਨਤਾਂ ਵੱਲ ਉਹ ਉਦੋਂ ਹੀ ਰੁੱਖ ਕਰਦੇ ਹਨ ਜਦੋਂ ਉਹਨਾਂ ਨੂੰ ਛੋਟੀਆਂ ਨਿਰਾਸ਼ਾਵਾਂ ਨੂੰ ਮੋੜ ਦੇਣ ਲਈ ਕਿਤੋਂ ਭਾਵਨਾਤਮਕ ਸਹਾਇਤਾ ਦੀ ਕਮੀ ਮਹਿਸੂਸ ਹੁੰਦੀ ਹੈ। ਡੰਡੀ ਮਾਪਿਆਂ ਤੋਂ ਵੱਧ ਕੋਈ ਵੀ ਬਾਹਰੀ ਵਿਅਕਤੀ ਜਾਂ ਬਾਹਰੀ ਸ਼ਕਤੀ ਬੱਚਿਆਂ 'ਤੇ ਵਧੇਰੇ ਅਸਰ ਨਹੀਂ ਕਰ ਸਕਦੀ। ਡੰਡੀ ਇਸ ਲਈ ਬੱਚਿਆਂ ਦੀ ਸ਼ੁਰੂ ਤੋਂ ਹੀ ਅਜਿਹੇ ਮਾਹੌਲ ਵਿੱਚ ਪਰਵਰਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਕੋਈ ਵੀ ਗੱਲ ਜਾਂ ਪਰੇਸ਼ਾਨੀ ਮਾਪਿਆਂ ਨਾਲ ਸਾਂਝੀ ਕਰਨ ਤੋਂ ਹਿਚਕਚਾਹਟ ਨਾ ਹੋਵੇ। ਡੰਡੀ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਆਦਤ ਪਵੇਗੀ ਕਿਸ ਤਰ੍ਹਾਂ। ਡੰਡੀ ਇਸ ਦਾ ਜਵਾਬ ਵੀ ਸਾਨੂੰ ਆਪ ਹੀ ਲੱਭਣਾ ਹੈ ਅਤੇ ਸਮਾਂ ਵੀ। ਡੰਡੀ ਅੱਜ ਦੀ ਰੁੱਝੀ ਸਮਾਂ ਸੂਚੀ ਵਿੱਚੋਂ ਇਹ ਕਰਨਾ ਆਸਾਨ ਨਹੀਂ ਹੈ। ਡੰਡੀ ਪਰ ਫਿਰ ਵੀ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਸ ਵਾਸਤੇ ਸਮਾਂ ਸਾਨੂੰ ਸ਼ਾਮ ਦੀ ਚਾਹ ਦੇ ਮੇਜ਼ ਜਾਂ ਰਾਤ ਦੇ ਖਾਣੇ ਦੇ ਮੇਜ਼ 'ਤੇ ਲੱਭ ਸਕਦਾ ਹੈ। ਡੰਡੀ ਅਸੀਂ ਨੇਮ ਨਾਲ ਇਕੱਠੇ ਬੈਠ ਕੇ ਦਿਨ ਦੀਆਂ ਸਾਰੀਆਂ ਗਤੀਵਿਧੀਆਂ ਸਾਂਝੀਆਂ ਕਰ ਸਕਦੇ ਹਾਂ ਅਤੇ ਬੱਚਿਆਂ ਨੂੰ ਵੀ ਪੁੱਛ ਸਕਦੇ ਹਾਂ। ਡੰਡੀ ਅਜਿਹਾ ਕਰਨ ਨਾਲ ਉਹਨਾਂ ਦੀ ਵੀ ਛੋਟੀਆਂ-ਛੋਟੀਆਂ ਸਮੱਸਿਆਵਾਂ ਦੱਸਣ ਦੀ ਆਦਤ ਬਣ ਜਾਵੇਗੀ ਅਤੇ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਪਰਿਵਾਰ ਵਿੱਚੋਂ ਹੀ ਲੱਭ ਜਾਵੇਗਾ। ਡੰਡੀ ਇਹੀ ਆਦਤ ਉਹਨਾਂ ਦੀ ਜ਼ਿੰਦਗੀ ਭਰ ਚੱਲਦੀ ਰਹੇਗੀ ਅਤੇ ਗਲਤ ਰਾਹੇ ਜਾਣ ਦੇ ਮੌਕੇ ਬਹੁਤ ਘੱਟ ਰਹਿ ਜਾਣਗੇ। ਡੰਡੀ ਸਟਾਰਟ। ਰੋਜ਼ ਇੱਕ ਸੇਬ ਖਾਣ ਨਾਲ ਚਮੜੀ ਦੀ ਰੰਗਤ ਵਿੱਚ ਨਿਖਾਰ ਆਉਂਦਾ ਹੈ ਕਿਉਂਕਿ ਸੇਬ ਚਮੜੀ ਦੇ ਕਿੱਲ ਮੁਹਾਸਿਆਂ ਤੋਂ ਛੁਟਕਾਰਾ ਦਿੰਦਾ ਹੈ। ਡੰਡੀ ਸੇਬ ਵਿੱਚ ਮੌਜੂਦ ਕੋਲੇਜਨ ਅਤੇ
ਇਲਾਸਟਿਕ ਚਮੜੀ ਨੂੰ ਮੁਲਾਇਮ, ਤਾਜ਼ਾ ਅਤੇ ਜਵਾਨ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਡੰਡੀ ਸੇਬ ਦੀਆਂ ਫਾੜੀਆਂ ਨੂੰ ਮਲਾਈ ਵਿੱਚ ਮਿਲਾ ਕੇ ਬਣੇ ਮਿਸ਼ਰਣ ਨੂੰ ਚਿਹਰੇ 'ਤੇ ਲਗਾਉਣ ਨਾਲ ਕਿੱਲ ਮੁਹਾਸਿਆਂ ਤੋਂ ਛੁਟਕਾਰਾ ਮਿਲਦਾ ਹੈ। ਡੰਡੀ ਇਸ ਨਾਲ ਚਮੜੀ 'ਤੇ ਕਾਲੇ ਧੱਬਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਡੰਡੀ ਜੇਕਰ ਤੁਹਾਡੀ ਚਮੜੀ ਦੇ ਮੁਹਾਸਿਆਂ 'ਤੇ ਖਾਰਸ਼ ਹੋਵੇ ਤਾਂ ਤੁਸੀਂ ਸੇਬ ਦੀਆਂ ਫਾੜੀਆਂ ਨੂੰ ਫਰਿੱਜ ਵਿੱਚ ਰੱਖ ਕੇ ਠੰਡਾ ਕਰ ਲਓ ਅਤੇ ਇਹਨਾਂ ਠੰਡੀਆਂ ਫਾੜੀਆਂ ਨੂੰ ਮੁਹਾਸੇ ਵਾਲੀ ਥਾਂ 'ਤੇ ਲਗਾਓ ਤਾਂ ਤੁਹਾਨੂੰ ਰਾਹਤ ਮਿਲੇਗੀ। ਡੰਡੀ ਤੁਸੀਂ ਰਸ ਭਰੇ ਸੇਬ ਦੀਆਂ ਫਾੜੀਆਂ ਨੂੰ ਆਪਣੇ ਚਿਹਰੇ 'ਤੇ ਗੋਲਾਕਾਰ ਢੰਗ ਨਾਲ ਮਲੋ ਅਤੇ ਬਚੀਆਂ ਫਾੜੀਆਂ ਨੂੰ ਖਾ ਲਓ। ਡੰਡੀ ਪਰਾ ਇਹ ਕੁਦਰਤੀ ਢੰਗ ਨਾਲ ਚਮੜੀ ਦੇ ਸੁਰਾਖਾਂ ਵਿੱਚ ਦਾਖਲ ਹੋਵੇਗਾ ਅਤੇ ਤੁਹਾਡੀ ਚਮੜੀ ਦੇ pH ਪੱਧਰ ਨੂੰ ਸੰਤੁਲਿਤ ਕਰਕੇ ਚਮੜੀ ਵਿੱਚ ਚੀਕਨਾਪਨ ਨੂੰ ਘੱਟ ਕਰੇਗਾ। ਡੰਡੀ ਸੇਬ ਵਿੱਚ ਮਾਇਸਚਰਾਈਜ਼ਿੰਗ ਦੇ ਤੱਤ ਮੌਜੂਦ ਹੁੰਦੇ ਹਨ। ਡੰਡੀ ਸੇਬ ਵਿੱਚ ਨਮੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਇਹ ਤੁਹਾਡੀ ਚਮੜੀ ਨੂੰ ਸੰਕਰਮਣ ਅਤੇ ਰੁੱਖੇਪਨ ਤੋਂ ਵੀ ਬਚਾਉਂਦਾ ਹੈ। ਡੰਡੀ ਇੱਕ ਸੇਬ ਨੂੰ ਛਿੱਲ ਕੇ ਗਾੜਾ ਗੁੱਦਾ ਕੱਢ ਕੇ ਇਸ ਵਿੱਚ 1 ਚਮਚ ਸ਼ਹਿਦ ਅਤੇ ਕਰੀਮ ਮਿਲਾ ਕੇ ਬਣੇ ਮਿਸ਼ਰਣ ਦੇ ਪੇਸਟ ਨੂੰ ਲਗਾਤਾਰ ਚਮੜੀ 'ਤੇ ਲਗਾਉਣ ਨਾਲ ਚਮੜੀ ਕੋਮਲ ਅਤੇ ਮੁਲਾਇਮ ਬਣ ਜਾਂਦੀ ਹੈ। ਡੰਡੀ ਸੇਬ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਕੇ ਪਾਊਡਰ ਬਣਾ ਲਓ। ਡੰਡੀ 2 ਚਮਚ ਪਾਊਡਰ ਵਿੱਚ 3 ਚਮਚ ਲੱਸੀ ਮਿਲਾ ਕੇ ਬਣੇ ਪੇਸਟ ਨੂੰ ਚਿਹਰੇ ਧੋਣ 'ਤੇ ਲਗਾਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਡੰਡੀ ਸੇਬ ਗਰਮੀਆਂ ਵਿੱਚ ਸਨਬਰਨ ਤੋਂ ਰਾਹਤ ਦਿੰਦਾ ਹੈ ਅਤੇ ਸੂਰਜੀ ਕਿਰਨਾਂ ਤੋਂ ਚਮੜੀ ਦੀ ਰੱਖਿਆ ਕਰਦਾ ਹੈ। ਡੰਡੀ ਇੱਕ ਸੇਬ ਨੂੰ ਕੱਦੂਕਸ਼ ਕਰਕੇ ਇਸ ਵਿੱਚ 1 ਚਮਚ ਗਲੈਸਰੀਨ ਮਿਲਾ ਕੇ ਬਣੇ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਡੰਡੀ ਹੁਣ ਇਸ ਨੂੰ ਕੁਦਰਤੀ ਢੰਗ ਨਾਲ ਸੁੱਕਣ ਦਿਓ ਅਤੇ ਇਸ ਤੋਂ ਬਾਅਦ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ। ਡੰਡੀ ਸੇਬ ਅੱਖਾਂ ਦੇ ਹੇਠਾਂ ਕਾਲੇ ਧੱਬਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਡੰਡੀ ਸੇਬ ਦੀਆਂ ਫਾੜੀਆਂ ਨੂੰ 20 ਮਿੰਟ ਤੱਕ ਅੱਖਾਂ ਦੇ ਹੇਠਾਂ ਰੱਖ ਕੇ ਆਰਾਮ ਕਰੋ ਅਤੇ ਇਸ ਨਾਲ ਤੁਹਾਨੂੰ ਤਣਾਅ ਤੋਂ ਵੀ ਮੁਕਤੀ ਮਿਲੇਗੀ। ਡੰਡੀ ਤੁਸੀਂ ਸੇਬ ਦੀਆਂ ਫਾੜੀਆਂ ਨੂੰ ਪਾਣੀ ਵਿੱਚ ਉਬਾਲ ਕੇ ਮੁਲਾਇਮ ਬਣਾ ਲਓ ਅਤੇ ਇਸ ਨੂੰ ਮੈਸ਼ ਕਰਕੇ ਅੱਖਾਂ ਦੇ ਹੇਠਲੇ ਹਿੱਸੇ 'ਤੇ ਲਗਾਓ। ਡੰਡੀ ਇਸ ਨਾਲ ਅੱਖਾਂ ਦੇ ਹੇਠਾਂ ਦਾਗ ਖਤਮ ਹੋ ਜਾਣਗੇ ਅਤੇ ਚਮੜੀ ਦੀ ਰੰਗਤ ਵਿੱਚ ਵੀ ਨਿਖਾਰ ਆਵੇਗਾ। ਡੰਡੀ ਜੇਕਰ ਤੁਸੀਂ ਵਾਲਾਂ ਦੀ ਸਿਕਰੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਅੱਧਾ ਘੰਟਾ ਪਹਿਲਾਂ 2 ਚਮਚ ਸੇਬ ਦੇ ਸਿਰਕੇ ਨੂੰ ਖੋਪੜੀ 'ਤੇ ਹੌਲੀ ਹੌਲੀ ਮਲੋ। ਡੰਡੀ ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋਣ ਨਾਲ ਸਿਕਰੀ ਖਤਮ ਹੋ ਜਾਵੇਗੀ। ਡੰਡੀ ਜੇਕਰ ਤੁਸੀਂ ਗੰਭੀਰ ਸਿਕਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸੇਬ ਉੱਤੇ
ਸਿਰਕੇ ਨੂੰ ਰੂਹ ਵਿੱਚ ਡੁਬੋ ਕੇ ਪੂਰੀ ਖੋਪੜੀ ਉੱਤੇ ਹੌਲੀ ਹੌਲੀ ਲਗਾਓ ਅਤੇ ਇਸ ਨੂੰ ਵਾਲਾਂ ਵਿੱਚ ਸੁੱਕਣ ਦਿਓ ਡੰਡੀ। ਇਸ ਤੋਂ ਅੱਧਾ ਘੰਟਾ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ ਡੰਡੀ। ਸਿੱਕਰੀ ਦੀ ਸਮੱਸਿਆ ਖਤਮ ਹੋ ਜਾਵੇਗੀ ਡੰਡੀ। ਸੇਬ ਨੂੰ ਖਾਣ ਦਾ ਸਭ ਤੋਂ ਚੰਗਾ ਢੰਗ ਕੱਚਾ ਤੇ ਤਾਜ਼ਾ ਸੇਬ ਖਾਣਾ ਚਾਹੀਦਾ ਹੈ ਡੰਡੀ। ਸੇਬ ਵਿੱਚ ਮੌਜੂਦ ਜ਼ਿਆਦਾਤਰ ਪੌਸ਼ਟਿਕ ਤੱਤ ਸੇਬ ਦੀ ਬਾਹਰੀ ਪਰਤ ਦੇ ਬਿਲਕੁਲ ਹੇਠਾਂ ਹੁੰਦੇ ਹਨ ਅਤੇ ਇਸ ਲਈ ਸੇਬ ਨੂੰ ਛਿੱਲ ਕੇ ਨਾਲ ਖਾਣਾ ਲਾਭਕਾਰੀ ਹੁੰਦਾ ਹੈ ਅਤੇ ਇਸ ਲਈ ਸੇਬ ਛਿੱਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਡੰਡੀ। ਸੇਬ ਦੇ ਲਗਾਤਾਰ ਖਾਣ ਨਾਲ ਇਹ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਕਿਸਮ ਦੇ ਕੈਂਸਰ ਤੋਂ ਵੀ ਰੱਖਿਆ ਕਰਦਾ ਹੈ ਡੰਡੀ। ਪਰ ਇਹ ਜ਼ਰੂਰ ਧਿਆਨ ਰੱਖੋ ਕਿ ਸੇਬ ਸਵੇਰੇ ਜਾਂ ਦੁਪਹਿਰ ਨੂੰ ਹੀ ਖਾਣਾ ਚਾਹੀਦਾ ਹੈ ਡੰਡੀ। ਰਾਤ ਨੂੰ ਸੇਬ ਖਾਣ ਨਾਲ ਤੁਹਾਨੂੰ ਗੈਸ, ਬਦਹਜ਼ਮੀ, ਪੇਟ ਫੁੱਲਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਡੰਡੀ। ਸਟਾਰਟ। 17 ਤਗਮਿਆਂ ਦੀ ਉਮੀਦ ਨਾਲ ਅਸੀਂ ਟੋਕੀਓ ਗਏ ਸੀ ਡੰਡੀ। ਇਹਨਾਂ 17 ਦੇ ਲਿਖੇ ਜਾਣ ਤੱਕ ਸਫ਼ਰ ਖਤਮ ਨਹੀਂ ਹੋਇਆ ਡੰਡੀ। 8 ਅਗਸਤ ਤੋਂ ਬਾਅਦ ਅਸੀਂ ਆਪਣੇ ਸਰਬੋਤਮ 6 ਤਗਮਿਆਂ ਦੀ ਕੀਰਤੀਮਾਨ ਨੂੰ ਤੋੜ ਕੇ ਵਾਪਸ ਆ ਰਹੇ ਹੋਵਾਂਗੇ ਜਾਂ ਨਹੀਂ, ਇਸ 'ਤੇ ਨਿਰਣਾਇਕ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਡੰਡੀ। ਅਸੀਂ ਆਜ਼ਾਦ ਭਾਰਤ ਵਿੱਚ ਕਦੇ ਵੀ ਤਗਮਿਆਂ ਦੀ ਸੂਚੀ ਵਿੱਚ 20 ਤੋਂ ਉੱਪਰ ਨਾ ਜਾ ਸਕੇ। ਸ਼ਾਇਦ ਇਸ ਵਾਰ ਵੀ ਇਹ ਪਰੰਪਰਾ ਨਾ ਟੁੱਟੇ ਡੰਡੀ। ਜ਼ਾਹਰ ਹੈ ਕਿ ਖੇਡਾਂ ਦੇ ਅਖੀਰ ਵਿੱਚ ਇਸ ਗੱਲ 'ਤੇ ਵਿਚਾਰ ਹੋਣਾ ਤੈਅ ਹੈ ਕਿ ਆਬਾਦੀ ਅਤੇ ਧਨ ਵਿੱਚ ਜਦੋਂ ਅਸੀਂ ਸੰਸਾਰ ਦੇ ਬਹੁਤੇ ਦੇਸ਼ਾਂ ਤੋਂ ਬਹੁਤ ਅੱਗੇ ਹਾਂ ਤਾਂ ਤਗਮਿਆਂ ਦੇ ਮਾਮਲੇ ਵਿੱਚ ਇੰਨੇ ਪਿੱਛੇ ਕਿਉਂ? ਪ੍ਰਸ਼ਨ ਚਿੰਨ੍ਹ। ਅਸਲ ਵਿੱਚ ਇਸ ਸਾਰੀ ਪ੍ਰਕਿਰਿਆ ਵਿੱਚ ਅਸੀਂ ਇੱਕ ਪਹਿਲੂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੰਦੇ ਹਾਂ ਅਤੇ ਉਹ ਹੈ ਖੇਡਾਂ ਵਿੱਚ ਤਕਨੀਕ ਦੀ ਵੱਡੀ ਪੱਧਰ 'ਤੇ ਵਰਤੋਂ ਦਾ ਪੱਖ ਡੰਡੀ, ਜੋ ਸਾਡੇ ਤਗਮਿਆਂ ਦੀ ਗਿਣਤੀ ਵਾਧੇ ਵਿੱਚ ਸਭ ਤੋਂ ਵੱਡੀ ਅੜਚਨ ਹੈ ਡੰਡੀ। 1996 ਦੇ ਅਟਲਾਂਟਾ ਓਲੰਪਿਕ ਵਿੱਚ ਗ੍ਰੇਟ ਬ੍ਰਿਟੇਨ ਨੂੰ ਮਹਿਜ ਇੱਕ ਸੰਪੂਰਨ ਤਗਮਾ ਅਤੇ ਤਗਮਾ ਸੂਚੀ ਵਿੱਚ 36ਵਾਂ ਨੰਬਰ ਮਿਲਿਆ, ਜਦਕਿ ਉਸ ਤੋਂ ਪਹਿਲਾਂ 1992 ਦੇ ਬਰਸੀਲੋਨਾ ਓਲੰਪਿਕ ਵਿੱਚ ਉਸ ਨੇ 5 ਸੋਨ ਤਗਮੇ ਜਿੱਤੇ ਸਨ ਡੰਡੀ। ਇਹ ਵੀ ਉਸ ਦੀ ਉਮੀਦ ਤੋਂ ਬਹੁਤ ਘੱਟ ਸਨ, ਪਰ ਇੱਕ ਸੋਨ ਤਗਮੇ ਤੋਂ ਬਾਅਦ ਤਾਂ ਬਰਤਾਨੀਆ ਵਰਗੇ ਹੀ ਨਿਰਾਸ਼ ਤੇ ਬੌਂਦਲ ਗਏ ਡੰਡੀ। ਇਸ ਤਰ੍ਹਾਂ 'ਚ ਇੰਗਲਿਸ਼ ਇੰਸਟੀਚਿਊਟ ਆਫ ਸਪੋਰਟਸ ਨੇ ਇੱਕ ਸਮਝਦਾਰੀ ਭਰਿਆ ਕੰਮ ਕੀਤਾ ਡੰਡੀ। ਉਸਨੇ ਦੇਸ਼ ਭਰ ਵਿੱਚ ਪਹਿਲਾਂ ਤੋਂ ਮੌਜੂਦ ਸਿਖਲਾਈ ਕੇਂਦਰਾਂ ਤੋਂ ਇਲਾਵਾ 15 ਹਾਈ ਪਰਫਾਰਮੈਂਸ ਸੈਂਟਰ ਖੋਲ੍ਹੇ ਡੰਡੀ। ਇਹ ਬਾਕੀ ਸਿਖਲਾਈ ਕੇਂਦਰਾਂ ਦੇ ਇੱਧਰ ਖੇਡ ਸਿਖਲਾਈ ਤੋਂ ਇਲਾਵਾ ਖਿਡਾਰੀ ਆਪਣੇ ਖੇਡ ਪ੍ਰਦਰਸ਼ਨ ਨੂੰ ਕਿਸ ਢੰਗ ਨਾਲ ਸਰਬੋਤਮ ਬਿੰਦੂ ਤੱਕ ਲੈ ਜਾਣ, ਇਸ ਦੀ ਵਿਸ਼ੇਸ਼ ਸਿਖਲਾਈ ਦਿੰਦੇ ਸਨ ਅਤੇ ਇਸ ਵਿੱਚ ਉਹਨਾਂ ਦੀ ਸਹਾਇਕ ਹੁੰਦੀ ਸੀ ਨਵੀਂ ਖੇਡ ਤਕਨੀਕ ਡੰਡੀ। ਨਤੀਜਾ ਇਹ ਹੋਇਆ ਕਿ ਤਗਮੇ ਹੀ ਓਲੰਪਿਕ ਵਿੱਚ ਇੱਕ ਸੋਨ ਤਗਮੇ ਦਾ ਅੰਕੜਾ
11 ਵਿੱਚ ਬਦਲ ਗਿਆ ਡੰਡੀ। ਅੱਗੇ ਚੱਲ ਕੇ ਇਹ ਗਿਣਤੀ 30 ਦੇ ਕਰੀਬ ਪਹੁੰਚ ਗਈ ਡੰਡੀ। ਤਗਮਾ ਸੂਚੀ ਵਿੱਚ ਵੀ ਬਰਤਾਨੀਆ ਜੋ 36ਵੇਂ ਨੰਬਰ 'ਤੇ ਖਿਸਕ ਗਿਆ ਸੀ 10ਵੇਂ ਜਾਂ ਫਿਰ 10 ਦੇ ਅੰਦਰ ਆ ਗਿਆ ਡੰਡੀ। ਦਹਾਕਾ ਪਹਿਲਾਂ ਇੱਕ ਲੇਖ ਛਪਿਆ ਸੀ ਜਿਸ ਦਾ ਸਰਲੇਖ ਸੀ ਹਾਊ ਐਥਲੀਟ ਯੂਜ਼ ਟੈਕਨੋਲੋਜੀ ਟੂ ਵਿਨ ਮੈਡਲਜ਼। ਬਰਤਾਨੀਆ ਦੇ ਖਿਡਾਰੀਆਂ ਨੇ ਕੀ ਤਕਨੀਕੀ ਰਸਤੇ ਅਪਣਾਏ, ਉਪਾਅ ਕੀਤੇ ਸਨ ਡੰਡੀ। ਇਸ ਦਾ ਵਿਸਥਾਰ ਨਾਲ ਵਰਣਨ ਇੱਥੇ ਹੈ ਡੰਡੀ। ਅਮਰੀਕੀ ਓਲੰਪਿਕ ਕਮੇਟੀ ਨੇ ਸੰਨ 2000 ਵਿੱਚ ਖੇਡਾਂ ਵਿੱਚ ਤਕਨੀਕ ਨੂੰ ਵੱਡੇ ਪੱਧਰ 'ਤੇ ਸ਼ਾਮਲ ਕਰਨ ਦੀ ਨੀਤੀ ਬਣਾਈ ਅਤੇ ਹੇਠਲੇ ਪੱਧਰ ਦੀ ਖੇਡ ਮੁਕਾਬਲਿਆਂ ਅਤੇ ਸਿਖਲਾਈ ਪੱਧਰ ਵਿੱਚ ਵੀ ਸਰਬੋਤਮ ਖੇਡ ਤਕਨੀਕ ਦੀ ਭਰਪੂਰ ਵਰਤੋਂ ਕੀਤੀ ਡੰਡੀ। ਇਸ ਨੀਤੀ ਦਾ ਨਤੀਜਾ ਅਮਰੀਕਾ ਨੂੰ 2012 ਦੇ ਓਲੰਪਿਕ ਵਿੱਚ 2004 ਤੇ 2016 ਦੇ ਓਲੰਪਿਕ ਵਿੱਚ 121 ਤਗਮੇ ਦੇ ਤੌਰ 'ਤੇ ਮਿਲਿਆ, ਜਦਕਿ ਸਿਡਨੀ ਓਲੰਪਿਕ 2000 ਵਿੱਚ ਉਹ 100 ਦੇ ਹੇਠਾਂ ਹੀ ਸਿਮਟ ਗਿਆ ਸੀ ਡੰਡੀ। ਅੱਜ ਕੱਲ੍ਹ ਖਿਡਾਰੀਆਂ ਦੇ ਸਿਖਲਾਈ ਅਤੇ ਅਭਿਆਸ ਦੌਰਾਨ ਉਹਨਾਂ ਦੀ ਖਾਸ ਤੌਰ 'ਤੇ ਰਿਕਾਰਡਿੰਗ ਦੱਸਦੀ ਹੈ ਉਹਨਾਂ ਦੀਆਂ ਮਾਸਪੇਸ਼ੀਆਂ ਨੂੰ ਕਿੰਨਾ ਕੁ ਦਮ ਹੋਰ ਚਾਹੀਦਾ ਹੈ ਅਤੇ ਉਸ ਦਾ ਡਾਇਟ ਪਲਾਨ ਕਿਸ ਤਰ੍ਹਾਂ ਬਦਲਿਆ ਜਾਵੇ, ਉਹਨਾਂ ਦਾ ਸਿਖਲਾਈ ਸਮਾਂ ਸਾਰਣੀ ਕਿਵੇਂ ਰੱਖਿਆ ਜਾਵੇ, ਕਿੰਨੇ ਸਮੇਂ ਵਿੱਚ ਪ੍ਰਦਰਸ਼ਨ ਕਿੰਨਾ ਸੁਧਰ ਸਕਦਾ ਹੈ ਡੰਡੀ। ਵੀਰੇਬਲ ਟੈਕਨੋਲੋਜੀ, ਅਗਿਊਨਮੈਂਟ ਰਿਐਲਿਟੀ ਅਤੇ 3D ਮਾਡਲਿੰਗ ਜ਼ਰੀਏ ਖਿਡਾਰੀ ਦੀ ਸਰੀਰਕ ਤਾਕਤ ਨੂੰ ਦੇਖਦੇ ਅਤੇ ਮੁਕਾਬਲੇ ਅਨੁਸਾਰ ਖਿਡਾਰੀ ਉਸ ਵਿੱਚ ਵਾਧਾ ਕਰਦਾ ਹੈ ਅਤੇ ਸੱਟਾਂ ਤੋਂ ਬਚਾ ਰਹਿੰਦਾ ਹੈ ਡੰਡੀ। ਇਹ ਤਕਨੀਕ 2016 ਤੋਂ ਹੀ ਓਲੰਪਿਕ ਖਿਡਾਰੀ ਵਰਤੋਂ ਕਰ ਰਹੇ ਹਨ ਡੰਡੀ। 3D ਐਥਲੀਟ ਟਰੈਕਿੰਗ ਸਿਸਟਮ ਨਾਲ ਦੂਜੇ ਮੁਕਾਬਲੇਬਾਜ਼ ਖਿਡਾਰੀ ਦੇ ਪੈਂਤੜੇ, ਹਰਕਤਾਂ ਅਤੇ ਨੀਤੀ ਦਾ ਅੰਦਾਜ਼ਾ ਲਗਾਉਣਾ ਸੰਭਵ ਹੈ ਡੰਡੀ। ਸਾਡੇ ਖਿਡਾਰੀ ਸਪੀਡੋ ਸਵਿਮ ਸੂਟ ਹੋ ਜਾਂ ਏਅਰ ਕੂਲ ਜੈਕਟਾਂ ਜਾਂ ਤੀਹਰੀ ਕਾਰਬਨ ਫਾਈਬਰ ਪਲੇਟ ਅਤੇ ਅਲਟਰਾ ਕੰਪਰੈਸਡ ਫੋਮ ਵਾਲੇ ਵੇਅਰਫਲਾਈ ਜੁੱਤੇ ਜੋ ਦੌੜਾਕ ਦੇ ਹਰ ਕਦਮ ਨੂੰ ਅੱਗੇ ਧੱਕਦੇ ਹਨ, ਭਾਵੇਂ ਹੀ ਪਾ ਲਓ, ਪਰ ਉਹ ਉਸ ਉੱਨਤ ਖੇਡ ਸਹਾਇਕ ਤਕਨੋਲੋਜੀ ਤੋਂ ਦੂਰ ਹਨ ਜੋ ਕਿਸੇ ਖਿਡਾਰੀ ਨੂੰ ਓਲੰਪਿਕ ਵਰਗੇ ਮੁਕਾਬਲੇ ਲਈ ਉਸ ਦੇ ਸਮਰਥਨ, ਤਾਕਤ ਅਤੇ ਕੌਸ਼ਲ ਦੇ ਸਰਵੋਤਮ ਬਿੰਦੂ 'ਤੇ ਪਹੁੰਚਾ ਸਕੇ ਅਤੇ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ ਡੰਡੀ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦਾ ਪਹਿਲਾ ਤਗਮਾ ਜਿੱਤਣ ਵਾਲੇ ਪਹਿਲਵਾਨ ਉਦੇ ਚੰਦ ਕਹਿੰਦੇ ਹਨ ਕਿ ਕੁਸ਼ਤੀ ਵਰਗੀ ਖੇਡ ਵੀ ਹੁਣ ਤਾਕਤ ਤੋਂ ਜ਼ਿਆਦਾ ਤਕਨੀਕ ਦੀ ਹੋ ਗਈ ਹੈ ਡੰਡੀ। ਵੱਡੀਆਂ ਇੱਛਾਵਾਂ ਵੱਡੇ ਇਰਾਦੇ ਵੱਡੇ ਕੰਮ ਕਰਵਾ ਦਿੰਦੇ ਹਨ ਡੰਡੀ। ਬਹੁਤੇ ਲੋਕ ਇਹੀ ਸੋਚੀ ਜਾਂਦੇ ਹਨ ਕਿ ਵੱਡੇ ਕੰਮ ਕਰਨ ਲਈ ਪਹਿਲੋਂ ਵੱਡੀ ਪੂੰਜੀ ਦੀ ਲੋੜ ਹੈ ਡੰਡੀ। ਜਿਵੇਂ ਜੱਟ ਇਹੀ ਸੋਚੀ ਜਾਂਦੇ ਹਨ ਕਿ ਜਿੰਨਾ ਚਿਰ ਆਪਣਾ ਟਰੈਕਟਰ ਨਹੀਂ ਹੈ ਓਨੀ ਦੇਰ ਚੱਜ ਨਾਲ ਖੇਤੀ ਨਹੀਂ ਹੋ ਸਕਦੀ ਡੰਡੀ। ਇਹ ਮਨੁੱਖ ਦੀ ਧਾਰਨਾ ਬਿਲਕੁਲ ਗਲਤ ਹੈ ਡੰਡੀ। ਜੇ ਸਾਡਾ ਇਰਾਦਾ ਪੱਕਾ ਹੈ ਤਾਂ ਸਾਧਨ ਵੀ ਆਪੇ ਜੁੜਦੇ ਜਾਂਦੇ ਹਨ ਜਾਂ ਬਦਲਵੇਂ ਰਾਹ ਆਪੇ ਨਿਕਲ ਆਉਂਦੇ ਹਨ ਡੰਡੀ। ਆਪਣੇ ਆਪ ਤੇ ਕੁਦਰਤ ਦੀ ਮਿਹਰ 'ਤੇ ਯਕੀਨ ਰੱਖੋ।
ਚੰਗੇ ਮਨੁੱਖ ਨੂੰ ਚੰਗੇ ਮਨੁੱਖ ਆਪੇ ਮਿਲਦੇ ਜਾਂਦੇ ਹਨ ਡੰਡੀ। ਮਾੜੇ ਲੋਕ ਆਪੇ ਹੀ ਝੜ ਜਾਂਦੇ ਹਨ ਡੰਡੀ। ਜਿਵੇਂ ਛੱਜ ਛੱਟਣ ਨਾਲ ਰੋੜ ਮਿੱਟੀ ਤੇ ਕੱਖ ਅਲੱਗ ਹੋ ਜਾਂਦੇ ਹਨ, ਇਸੇ ਤਰ੍ਹਾਂ ਇੱਕੋ ਸੁਭਾਅ ਦੇ ਮਨੁੱਖ ਇੱਕ ਥਾਂ ਇਕੱਠੇ ਹੁੰਦੇ ਜਾਂਦੇ ਹਨ ਡੰਡੀ। ਇਹੀ ਜੀਵਨ ਦੀ ਤਾਕਤ ਹੈ, ਬਾਕੀ ਸੂਰਜ ਨੂੰ ਕੌਣ ਨੱਪ ਸਕਦਾ, ਇਹ ਸੁਪਨਾ ਹੀ ਰਹਿਣ ਦਿਓ ਡੰਡੀ। ਵਾਤਾਵਰਣ ਅਤੇ ਜੰਗਲਾਤ ਮੰਤਰਾਲੇ MOEM ਨੇ ਸੁਪਰੀਮ ਕੋਰਟ ਨੂੰ ਸੌਂਪੇ ਇੱਕ ਹਲਫਨਾਮੇ ਵਿੱਚ ਦੱਸਿਆ ਕਿ ਪੰਜਾਬ ਨੇ ਸਾਲ 2020 ਵਿੱਚ ਅੱਗ ਲੱਗਣ ਦੀਆਂ 76590 ਘਟਨਾਵਾਂ ਵੇਖੀਆਂ, ਜੋ ਕਿ ਸਾਲ 2019 ਵਿੱਚ 52991 ਘਟਨਾਵਾਂ ਸਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 44.5% ਵਧੀਆਂ ਹਨ ਡੰਡੀ। ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ICAR ਪੰਜਾਬ, ਖੇਤੀਬਾੜੀ ਯੂਨੀਵਰਸਿਟੀ, ਆਸਟ੍ਰੇਲਿਆਈ ਸੈਂਟਰ ਫਾਰ ਇੰਟਰਨੈਸ਼ਨਲ ਐਗਰੀਕਲਚਰਲ ਰਿਸਰਚ, ਇੰਟਰਨੈਸ਼ਨਲ ਮੱਕੀ ਐਂਡ ਕਣਕ ਸੁਧਾਰ ਕੇਂਦਰ CIMMYT, ਦੱਖਣ ਏਸ਼ੀਆ ਲਈ ਬੋਰਲੋਗ ਸੰਸਥਾ BIS ਅਤੇ ਹੋਰ ਨਾਮਵਰ ਸੰਸਥਾਵਾਂ ਦੁਆਰਾ ਕੀਤੀ ਗਈ ਦਹਾਕਿਆਂ ਦੀ ਖੋਜ ਸੁਪਰ SSS ਨਾਲ ਜੁੜੇ ਕੰਬਾਈਨਾਂ ਤੋਂ ਬਾਅਦ ਚੌਲ ਕਣਕ ਦੀ ਫਸਲ ਪ੍ਰਣਾਲੀ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ ਕਰਨ ਵਿੱਚ ਹੈਪੀ ਸੀਡਰ ਮਸ਼ੀਨਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦੀ ਸੁੱਤੀ ਵਰਤੋਂ ਦੇ ਲਾਭ ਪ੍ਰਦਰਸ਼ਿਤ ਕੀਤੇ ਡੰਡੀ। ਇਹ ਵਿਧੀ ਮਕੈਨੀਕਲ ਤੌਰ 'ਤੇ ਝੋਨੇ ਦੀ ਕਟਾਈ ਦੇ ਦੌਰਾਨ ਚੌਲਾਂ ਦੀ ਪਰਾਲੀ ਨੂੰ ਤੋੜ ਕੇ ਫੈਲਦੀ ਹੈ ਅਤੇ ਇਸ ਤੋਂ ਬਾਅਦ ਕਣਕ ਦੀ ਬਿਜਾਈ ਲਈ ਹੈਪੀ ਸੀਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ। ਇਹ ਨਾ ਸਿਰਫ ਵਾਤਾਵਰਣ ਪੱਖੋਂ ਟਿਕਾਊ ਸਾਬਤ ਹੋਇਆ ਹੈ, ਨੁਕਸਾਨਦੇਹ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਪ੍ਰਤੀ ਹੈਕਟਰ ਵਿੱਚ ਲਗਭਗ 76% ਤੱਕ ਜਲਣ ਤੋਂ ਰੋਕਣਾ, ਪਰ ਵਧੇਰੇ ਲਾਭਕਾਰੀ ਵੀ ਰਵਾਇਤੀ ਕਟਾਈ ਅਤੇ ਰਹਿੰਦ ਖੂੰਹਦ ਸਾੜਨ ਪ੍ਰਣਾਲੀਆਂ ਦੀ ਤੁਲਨਾ ਇਸ ਪ੍ਰਤੀ ਹੈਕਟਰ 6,000 11,000 ਰੁਪਏ ਵਾਧੂ ਲਾਭ ਦਿੰਦੇ ਹਨ ਡੰਡੀ। ਹਾਲਾਂਕਿ PRM ਮਸ਼ੀਨਾਂ ਨੂੰ ਕੇਂਦਰੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਗਈ ਅਤੇ ਸੂਬਾ ਸਰਕਾਰਾਂ ਖਾਸ ਕਰਕੇ ਪੰਜਾਬ ਵਿੱਚ ਇਸ ਨੂੰ ਲੋਕਪ੍ਰਿਯ ਕਰ ਦਿੱਤਾ ਗਿਆ ਹੈ, ਪਰ ਇਹਨਾਂ ਦੀ ਵਰਤੋਂ ਘੱਟ ਹੈ ਡੰਡੀ। ਇਹ ਵੱਖ-ਵੱਖ ਕਾਰਕਾਂ ਦੇ ਕਾਰਨ ਹੈ, ਜਿਸ ਵਿੱਚ PRM ਮਸ਼ੀਨਾਂ ਦੀ ਮੰਗ ਸਪਲਾਈ ਦੇ ਮੇਲ ਖਾਂਦਾ ਹੈ। ਖਾਸ ਤੌਰ 'ਤੇ ਥੋੜ੍ਹੇ ਸਮੇਂ ਦੇ ਦੌਰਾਨ ਅਭਿਆਸਾਂ ਦੇ ਪੈਕੇਜ ਦੇ ਆਲੇ ਦੁਆਲੇ ਗਿਆਨ ਦੀ ਘਾਟ, PRM ਮਸ਼ੀਨਾਂ ਦੇ ਕਿਰਾਏ ਦੀ ਸੇਵਾ ਦੇਣ ਵਾਲਿਆਂ ਦੀ ਘੱਟ ਗਿਣਤੀ ਆਦਿ ਡੰਡੀ। ਦੂਜਾ, ਜਦੋਂ ਕਿ ਖੇਤੀਬਾੜੀ ਰਸਾਇਣਾਂ ਦੀ ਵਰਤੋਂ ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਵੱਧ ਹੈ, PRM ਤਕਨਾਲੋਜੀਆਂ ਨਦੀਨਾਂ ਅਤੇ ਰਸਾਇਣਿਕ ਖਾਦਾਂ ਦੇ ਵੱਧ ਨਿਰਭਰਤਾ ਨੂੰ ਘੱਟ ਕਰ ਸਕਦੀਆਂ ਹਨ, ਜਿਸ ਨਾਲ ਇਨਪੁੱਟ ਖਰਚੇ ਘੱਟ ਹੋ ਸਕਦੇ ਹਨ ਡੰਡੀ। ਐਗਰੋ ਕੈਮੀਕਲ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ, ਪਰ SMS ਕੰਬਾਈਨ ਸੀਡਰ ਮਸ਼ੀਨ ਦੁਆਰਾ ਚਲਾਏ ਗਏ ਟਰੈਕਟਰ ਤੂੜੀ ਨੂੰ ਮਲਚ ਦੇ ਰੂਪ ਵਿੱਚ ਫੈਲਾਉਂਦੇ ਹਨ, ਸਮੇਂ ਦੇ ਨਾਲ ਮਿੱਟੀ ਦੀ ਗੁਣਵੱਤਾ ਅਤੇ ਜੈਵਿਕ ਕਾਰਬਨ ਦੀ ਮਾਤਰਾ ਵਿੱਚ ਕਾਫੀ ਸੁਧਾਰ ਕਰਦੇ ਹਨ ਡੰਡੀ।
PRM ਤਕਨੋਲੋਜੀ ਨੂੰ ਅਪਣਾਉਣ ਨਾਲ ਵਾਧੂ ਬਚਤ ਵੀ ਹੁੰਦੀ ਹੈ, ਕਿਉਂਕਿ ਉਤਪਾਦਨ ਦੀ ਲਾਗਤ ਘੱਟ, ਮਜ਼ਦੂਰੀ ਅਤੇ ਡੀਜ਼ਲ ਦੀ ਲੋੜ ਕਾਰਨ ਹੋਰ ਘਟ ਜਾਂਦੀ ਹੈ। ਲੰਬੇ ਸਮੇਂ ਵਿੱਚ no-till ਪ੍ਰਣਾਲੀਆਂ ਦੀ ਵਰਤੋਂ ਕਾਰਬਨ ਸੁਕੇਸ਼ਨ ਅਤੇ ਨਿਕਾਸ ਘਟਾਉਣ ਦਾ ਕਾਰਨ ਵੀ ਬਣ ਸਕਦੀ ਹੈ ਅਤੇ ਸੰਭਾਵਿਤ ਤੌਰ 'ਤੇ ਕਾਰਬਨ ਕ੍ਰੈਡਿਟ ਦੇ ਜ਼ਰੀਏ ਕਿਸਾਨਾਂ ਨੂੰ ਵਾਧੂ ਲਾਭ ਮੁਹੱਈਆ ਕਰਵਾ ਸਕਦੀ ਹੈ। ਡੰਡੀ ਤੀਜੀ ਗੱਲ, ਕਿਸਾਨ ਸੀਡਰ ਮਸ਼ੀਨਾਂ ਦੀ ਵਰਤੋਂ ਨਾਲ ਪ੍ਰਤੀ ਏਕੜ ਵਿੱਚ 19-25 ਕੁਇੰਟਲ ਝਾੜ ਦੀ ਉਮੀਦ ਕਰ ਸਕਦੇ ਹਾਂ। ਲਗਭਗ 5-10% ਦੇ ਵਾਧੇ ਵਿੱਚ ਡੰਡੀ ਚੌਲ ਦੀ ਸਿੱਧੀ ਬਿਜਾਈ ਲਈ ਹੈਪੀ ਸੀਡਰ ਤਕਨੋਲੋਜੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ 30% ਪਾਣੀ ਦੀ ਬਚਤ ਹੁੰਦੀ ਹੈ ਅਤੇ ਝੋਨੇ ਵਿੱਚੋਂ ਮੀਥੇਨ ਦੇ ਨਿਕਾਸ ਨੂੰ ਵੀ ਘਟਾਇਆ ਜਾਂਦਾ ਹੈ। ਡੰਡੀ ਇਸ ਤੋਂ ਇਲਾਵਾ ਮਸ਼ੀਨ ਨੂੰ ਮਟਰ, ਚਨੇ, ਦਾਲਾਂ, ਮੱਕੀ ਵਰਗੀਆਂ ਫਸਲਾਂ ਦੀ ਬਿਜਾਈ ਲਈ ਵੀ ਵਰਤਿਆ ਜਾ ਸਕਦਾ ਹੈ। ਡੰਡੀ ਹਾਲਾਂਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਹੈਪੀ ਸੀਡਰ ਮਸ਼ੀਨਾਂ ਖਰੀਦਣਾ ਮੁਸ਼ਕਲ ਹੋ ਸਕਦਾ ਹੈ। ਕਿਰਾਏ ਦੇ ਆਧਾਰ 'ਤੇ ਖਰੀਦਣਾ ਇੱਕ ਸੰਭਵ ਵਿਕਲਪ ਹੋ ਸਕਦਾ ਹੈ, ਜੋ ਛੋਟੇ ਕਿਸਾਨਾਂ ਲਈ ਕਿਸੇ ਵੀ ਵਿੱਤੀ ਚਿੰਤਾ ਨੂੰ ਦੂਰ ਕਰ ਸਕਦਾ ਹੈ। ਡੰਡੀ ਕੇਂਦਰ ਸਰਕਾਰ ਦੀ ਸਬਸਿਡੀ ਨੇ ਪੰਜਾਬ ਅਤੇ ਹਰਿਆਣਾ ਲਗਭਗ 75,000 ਅਤੇ ਕਸਟਮ ਹਾਇਰਿੰਗ ਸੈਂਟਰ ਲਗਭਗ 16,000 ਵਿੱਚ ਰਹਿੰਦ ਖੂੰਹਦ ਨਿਬੇੜਾ ਮਸ਼ੀਨਰੀ ਦਾ ਇੱਕ ਮਹੱਤਵਪੂਰਨ ਪੂਲ ਤਿਆਰ ਕੀਤਾ ਹੈ। ਡੰਡੀ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਤਕਰੀਬਨ 5 ਲੱਖ ਹੈਕਟਰ ਜ਼ਮੀਨ ਹੈਪੀ ਸੀਡਰ ਤਕਨੋਲੋਜੀ ਦੀ ਵਰਤੋਂ ਕਰਦਿਆਂ 2018-19 ਕਣਕ ਦੇ ਸੀਜ਼ਨ ਵਿੱਚ ਬੀਜੀ ਗਈ ਸੀ, ਜੋ ਕਿ ਸਾਲ 2016 ਤੋਂ ਬਹੁਤ ਵੱਡਾ ਵਾਧਾ ਸੀ, ਜਦੋਂ ਇਹ ਮਾਮੂਲੀ 64,000 ਹੈਕਟੇਅਰ ਸੀ। ਡੰਡੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਪੰਜਾਬ ਵਿੱਚ ਪਾਣੀ ਦਾ ਪੱਧਰ 60 ਤੋਂ ਲੈ ਕੇ 250 ਸੈਂਟੀਮੀਟਰ ਤੱਕ ਹੇਠਾਂ ਚਲਾ ਗਿਆ ਹੈ। ਡੰਡੀ ਕੇਂਦਰੀ ਜ਼ਿਲ੍ਹਿਆਂ ਵਿੱਚ ਹਾਲਤ ਹੋਰ ਵੀ ਚਿੰਤਾਜਨਕ ਹੈ, ਜਿੱਥੇ ਆਏ ਸਾਲ ਜ਼ਮੀਨ ਥੱਲੇ ਪਾਣੀ ਦਾ ਪੱਧਰ ਘਟ ਰਿਹਾ ਹੈ। ਡੰਡੀ ਜ਼ਮੀਨ ਵਿੱਚੋਂ ਪਾਣੀ ਦੀ ਨਿਕਾਸੀ ਰਿਚਾਰਜ ਨਾਲੋਂ ਵਧੇਰੇ ਹੈ। ਡੰਡੀ ਤਕਰੀਬਨ 70% ਰਕਬੇ ਦੀ ਸਿੰਚਾਈ ਟਿਊਬਵੈੱਲਾਂ ਨਾਲ ਕੀਤੀ ਜਾਂਦੀ ਹੈ। ਡੰਡੀ ਕੇਵਲ 29 ਤੋਂ 30% ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ। ਡੰਡੀ ਖੇਤੀ ਲਈ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੋ ਗਈ ਹੈ। ਡੰਡੀ ਸ਼ਹਿਰੀ ਤੇ ਪੇਂਡੂ ਆਬਾਦੀ ਲਈ ਪੀਣ ਵਾਲੇ ਪਾਣੀ ਦੀ ਕਮੀ ਵੀ ਹੁੰਦੀ ਜਾ ਰਹੀ ਹੈ। ਡੰਡੀ ਪਾਣੀ ਦੇ ਇਸ ਸੰਕਟ ਨੂੰ ਰੋਕਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਕਰਨ ਲਈ ਧਰਤੀ ਵਿੱਚ ਭੇਜਣ ਦੀ ਲੋੜ ਹੈ। ਡੰਡੀ ਪਾਣੀ ਜੋ ਜ਼ਾਇਆ ਹੁੰਦਾ ਹੈ, ਉਸ ਨੂੰ ਵੀ ਠੱਲ ਪਾਉਣ ਦੀ ਲੋੜ ਹੈ। ਡੰਡੀ ਪਹਿਲਾਂ ਖੇਤਾਂ ਨੂੰ ਪਾਣੀ ਚਰਸਾਂ ਰਾਹੀਂ ਲੱਗਦਾ ਸੀ। ਡੰਡੀ ਫਿਰ ਖੂਹਾਂ ਵਿੱਚੋਂ ਬਲਦਾਂ ਰਾਹੀਂ ਕੱਢਿਆ ਜਾਣਾ ਸ਼ੁਰੂ ਹੋਇਆ। ਡੰਡੀ ਬਿਜਲੀ ਆਉਣ ਤੋਂ ਬਾਅਦ ਕਿਸਾਨਾਂ ਨੇ ਬਿਜਲੀ ਦੀਆਂ ਮੋਟਰਾਂ ਲਗਾ ਲਈਆਂ। ਡੰਡੀ ਇਸ ਤਰ੍ਹਾਂ ਫਸਲਾਂ ਦੀ ਕਾਸ਼ਤ ਲਈ ਰਕਬਾ ਵਧਣ ਨਾਲ ਪਾਣੀ ਦੀ ਲੋੜ ਵੱਧਦੀ ਰਹੀ। ਡੰਡੀ ਧਰਤੀ ਹੇਠਲਾ ਪਾਣੀ ਹੋਰ ਥੱਲੇ ਚਲਾ ਗਿਆ। ਡੰਡੀ ਜੋ ਮੋਟਰਾਂ
ਮੋਟਰਾਂ ਪਟੇ ਨਾਲ ਚੱਲਦੀਆਂ ਸਨ। ਕਿਸਾਨਾਂ ਨੇ ਪੱਖੇ ਨਾਲ ਜੋੜ ਕੇ ਚਲਾਉਣੀਆਂ ਸ਼ੁਰੂ ਕੀਤੀਆਂ। ਡੰਡੀ ਖੂਹੀਆਂ ਵੀ ਵਧੇਰੇ ਡੂੰਘੀਆਂ ਕਰਨੀਆਂ ਪਈਆਂ। ਡੰਡੀ ਪਾਣੀ ਹੋਰ ਡੂੰਘਾ ਹੁੰਦਾ ਗਿਆ। ਡੰਡੀ ਕਿਸਾਨਾਂ ਨੇ ਮੱਛੀ ਮੋਟਰਾਂ ਪਾ ਲਈਆਂ ਅਤੇ ਬਿਜਲੀ ਦੀਆਂ ਮੋਟਰਾਂ ਤੇ ਟਿਊਬਵੈੱਲਾਂ ਤੇ ਕਨੈਕਸ਼ਨਾਂ ਦੀ ਪਾਵਰ ਵਧਾਉਣੀ ਸ਼ੁਰੂ ਕਰ ਦਿੱਤੀ, ਜੋ ਸਮਬਰਸੀਬਲ ਪੰਪ ਲੱਗਣ ਨਾਲ ਲਗਾਤਾਰ ਵਧਦੀ ਜਾ ਰਹੀ ਹੈ। ਡੰਡੀ ਸਬਜ਼ ਇਨਕਲਾਬ ਤੋਂ ਬਾਅਦ ਝੋਨੇ ਕਣਕ ਦਾ ਫਸਲੀ ਚੱਕਰ ਸ਼ੁਰੂ ਹੋਣ ਨਾਲ ਖੇਤੀ ਖੇਤਰ 'ਚ ਪਾਣੀ ਦੀ ਲੋੜ ਹੋਰ ਵੱਧ ਗਈ ਅਤੇ ਜ਼ਮੀਨ ਵਿੱਚੋਂ ਨਿਕਲਣ ਵਾਲਾ ਪਾਣੀ ਵੱਧਦਾ ਗਿਆ। ਡੰਡੀ ਝੋਨੇ ਲਈ ਦੂਜੀਆਂ ਫਸਲਾਂ ਦੇ ਮੁਕਾਬਲੇ ਵੱਧ ਪਾਣੀ ਦੀ ਲੋੜ ਸੀ। ਡੰਡੀ ਫਸਲੀ ਵਿਭਿੰਨਤਾ ਪੱਖੋਂ ਕਿਸਾਨ ਆਲੂਆਂ ਦੀ ਫਸਲ ਲੈ ਕੇ ਬਹਾਰ ਰੁੱਤ ਦੀ ਮੱਕੀ ਵੀ ਲਗਾਉਣ ਲੱਗ ਪਏ, ਪਰੰਤੂ ਇਸ ਫਸਲ ਦੀ ਪਾਣੀ ਦੀ ਲੋੜ ਵੀ ਕੋਈ ਘੱਟ ਨਹੀਂ ਸੀ। ਡੰਡੀ ਜੋ ਕਿਸਾਨ ਕਮਾਦ, ਸੂਰਜਮੁਖੀ ਜਿਹੀਆਂ ਫਸਲਾਂ ਬੀਜਦੇ ਹਨ, ਉਹਨਾਂ ਦੀ ਵੀ ਪਾਣੀ ਦੀ ਲੋੜ ਜ਼ਿਆਦਾ ਹੈ। ਡੰਡੀ ਪਾਣੀ ਦੀ ਵੱਧ ਰਹੀ ਲੋੜ ਨੂੰ ਪੂਰਾ ਕਰਨ ਲਈ ਅਤੇ ਜ਼ਮੀਨ ਥੱਲੇ ਪਾਣੀ ਦਾ ਪੱਧਰ ਘਟਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੋਰ ਵਿਧੀਆਂ ਤੋਂ ਇਲਾਵਾ ਮੀਂਹ ਦੇ ਪਾਣੀ ਦਾ ਰੀਚਾਰਜ ਬਹੁਤ ਜ਼ਰੂਰੀ ਹੈ। ਡੰਡੀ ਬਹੁਤ ਸਾਰੇ ਪੁਰਾਣੇ ਖੂਹ ਬੋਰ ਕਰਕੇ ਟਿਊਬਵੈੱਲ ਲਗਾਏ ਜਾਣ ਉਪਰੰਤ ਕਿਸਾਨਾਂ ਨੇ ਮਿੱਟੀ ਨਾਲ ਬੰਦ ਕਰ ਦਿੱਤੇ ਹਨ। ਡੰਡੀ ਇਹਨਾਂ ਖੂਹਾਂ ਤੇ ਖੂਹੀਆਂ ਵਿੱਚੋਂ ਮਿੱਟੀ ਕੱਢ ਕੇ ਦੁਬਾਰਾ ਮੀਂਹ ਦੇ ਪਾਣੀ ਨੂੰ ਵਰਤਿਆ ਜਾਣਾ ਚਾਹੀਦਾ ਹੈ। ਡੰਡੀ ਵੱਟਾਂ ਤੇ ਝੋਨਾ ਲਗਾ ਕੇ ਵੀ ਪਾਣੀ ਦੀ ਬਚਤ ਹੁੰਦੀ ਹੈ। ਡੰਡੀ ਕਿਆਰੇ ਛੋਟੇ ਹੋਣੇ ਚਾਹੀਦੇ ਹਨ। ਡੰਡੀ ਪਾਣੀ ਦਾ ਖੇਤ ਦਾ ਪਾਣੀ ਖੇਤ ਵਿੱਚ ਹੀ ਰਿਚਾਰਜ ਹੋਣਾ ਚਾਹੀਦਾ ਹੈ। ਡੰਡੀ ਪਾਣੀ ਨੂੰ ਖੇਤ ਵਿੱਚੋਂ ਨਿਕਲਣ ਨਾ ਦਿੱਤਾ ਜਾਵੇ। ਡੰਡੀ ਵੱਟਾਂ ਤੇ ਝੋਨਾ ਲਾਉਣ ਨਾਲ ਵੀ ਪਾਣੀ ਦੀ ਬਚਤ ਹੁੰਦੀ ਹੈ। ਡੰਡੀ ਝੋਨੇ ਦੀ ਸਿੱਧੀ ਬਿਜਾਈ ਜੋ ਇਸ ਸਾਲ 5 ਲੱਖ ਹੈਕਟਰ ਤੋਂ ਵੱਧ ਰਕਬੇ 'ਤੇ ਕੀਤੀ ਗਈ ਹੈ, ਉਸ ਨਾਲ ਵੀ ਕੱਦੂ ਕਰਕੇ ਝੋਨਾ ਲਗਾਉਣ ਦੇ ਮੁਕਾਬਲੇ ਪਾਣੀ ਘੱਟ ਲੋੜੀਂਦਾ ਹੈ। ਡੰਡੀ ਝੋਨਾ ਲਗਾਉਣ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕੀਤਾ ਜਾਵੇ। ਡੰਡੀ ਜਿਸ ਉਪਰੰਤ ਪਾਣੀ ਦੀ 15 ਤੋਂ 25% ਬਚਤ ਹੋਵੇਗੀ। ਡੰਡੀ ਖਾਦ ਤੇ ਨਦੀਨ ਨਾਸ਼ਕ ਵੀ ਵਧੇਰੇ ਪ੍ਰਭਾਵਸ਼ਾਲੀ ਹੋਣਗੇ। ਡੰਡੀ ਜਿਸ ਨਾਲ ਉਤਪਾਦਕਤਾ ਵਧੇਗੀ। ਡੰਡੀ ਝੋਨੇ ਦੀ ਅਗੇਤੀ ਬਿਜਾਈ ਨਾ ਕੀਤੀ ਜਾਵੇ। ਡੰਡੀ ਇਸ ਲਈ ਪੰਜਾਬ ਸਰਕਾਰ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009 ਬਣਾਇਆ ਹੈ। ਡੰਡੀ ਜਿਸ ਦੇ ਤਹਿਤ 15 ਜੂਨ ਤੋਂ ਪਹਿਲਾਂ ਝੋਨੇ ਦੀ ਲਗਾਈ ਵਰਜਿਤ ਹੈ। ਡੰਡੀ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਜਿਵੇਂ ਪੂਸਾ ਬਾਸਮਤੀ 1519, PR 126 ਅਤੇ ਪੂਸਾ ਬਾਸਮਤੀ 1692 ਆਦਿ ਜਿਹੀਆਂ ਕਿਸਮਾਂ ਬੀਜੀਆਂ ਜਾਣ। ਡੰਡੀ ਪਿੰਡਾਂ 'ਚ ਟੋਭੇ ਡੂੰਘੇ ਕੀਤੇ ਜਾਣ। ਡੰਡੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟੋਭਿਆਂ ਦੇ ਪਾਣੀ ਨੂੰ ਸੋਧ ਕੇ ਖੇਤਾਂ 'ਚ ਸਿੰਜਾਈ ਕਰਨ ਦੇ ਯੋਗ ਬਣਾਇਆ ਹੈ। ਡੰਡੀ ਪੰਜਾਬ ਦੇ ਟੋਭਿਆਂ ਦੇ ਪਾਣੀ ਨੂੰ ਸੀਚੇਵਾਲ ਮਾਡਲ ਨਾਲ ਟਰੀਟ ਕਰਕੇ ਵਰਤੋਂ 'ਚ ਲਿਆਉਣ ਦੀ ਲੋੜ ਹੈ। ਡੰਡੀ ਚੌਲਾਂ ਦੇ ਵੱਡੇ ਨਾਮਵਰ ਐਕਸਪੋਰਟਰ ਵਿਜੇ ਸੇਤੀਆ ਨੇ ਕਰਨਾਲ ਨੇੜੇ ਇੱਕ ਪਿੰਡ 'ਚ
ਟੋਬਾ ਡੂੰਘਾ ਕਰਕੇ ਉਸ ਵਿੱਚ ਰਾਖ ਭਰ ਕੇ ਕੇਲੇ ਦੇ ਬੂਟੇ ਲਗਾ ਦਿੱਤੇ ਡੰਡੀ। ਇਸ ਤਰ੍ਹਾਂ ਪਾਣੀ ਨੂੰ ਸ਼ੁੱਧ ਵੀ ਕੀਤਾ ਅਤੇ ਰਿਚਾਰਜਿੰਗ ਵੀ ਹੋਈ ਡੰਡੀ। ਅਜਿਹੇ ਮਾਡਲ ਵੀ ਚਾਲੂ ਕੀਤੇ ਜਾਣੇ ਚਾਹੀਦੇ ਹਨ ਡੰਡੀ। ਬਾਰਿਸ਼ ਦੇ ਪਾਣੀ ਦੀ ਹਾਰਵੈਸਟਿੰਗ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਤਕਨੀਕ ਹੈ ਡੰਡੀ। ਸ਼ਹਿਰੀ ਖੇਤਰ ਵਿੱਚ ਵੀ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ ਕੀਤੀ ਜਾਣੀ ਚਾਹੀਦੀ ਹੈ ਡੰਡੀ। ਸ਼ਹਿਰਾਂ ਵਿੱਚ ਖਪਤਕਾਰ ਵੀ ਪਾਣੀ ਬੜਾ ਜਾਇਆ ਕਰਦੇ ਹਨ ਡੰਡੀ। ਪੁਰਾਣੇ ਜ਼ਮਾਨੇ 'ਚ ਪਾਣੀ ਪੀਣ ਲਈ ਘਰਾਂ 'ਚ ਘੜਿਆਂ ਵਿੱਚ ਰੱਖਿਆ ਜਾਂਦਾ ਸੀ। ਫਿਰ ਨਲਕੇ ਲੱਗ ਗਏ, ਫਿਰ ਬਿਜਲੀ ਦੀਆਂ ਮੋਟਰਾਂ ਲੱਗ ਗਈਆਂ ਅਤੇ ਹੁਣ ਸਮਰਸੀਬਲ ਪੰਪ ਲੱਗ ਰਹੇ ਹਨ ਡੰਡੀ। ਜਿਸ ਉਪਰੰਤ ਖਪਤਕਾਰਾਂ ਵੱਲੋਂ ਬਹੁਤ ਪਾਣੀ ਜਾਇਆ ਕੀਤਾ ਜਾ ਰਿਹਾ ਹੈ ਡੰਡੀ। ਇਸ ਨੂੰ ਰੋਕਣ ਦੀ ਲੋੜ ਹੈ ਡੰਡੀ। ਛੱਤਾਂ 'ਤੇ ਵਿਸ਼ੇਸ਼ ਕਰਕੇ ਧਾਰਮਿਕ ਸਥਾਨਾਂ, ਸਕੂਲਾਂ, ਕਾਮਨ ਬਿਲਡਿੰਗਾਂ ਅਤੇ ਮੈਰਿਜ ਪੈਲਸਾਂ ਆਦਿ ਥਾਵਾਂ ਵਿੱਚ ਇਹ ਤਕਨਾਲੋਜੀ ਵੱਡੇ ਪੱਧਰ 'ਤੇ ਅਪਣਾਈ ਜਾ ਸਕਦੀ ਹੈ ਡੰਡੀ। ਸ਼ਹਿਰਾਂ ਵਿੱਚ ਵਧੇਰੇ ਰਕਬਾ ਪੱਕਾ ਹੋਣ ਕਰਕੇ ਪਾਣੀ ਰਿਚਾਰਜ ਨਹੀਂ ਹੁੰਦਾ ਡੰਡੀ। ਫਲੱਸ਼ਾਂ, ਪਿਸ਼ਾਬ ਘਰਾਂ, ਨਾਲੀਆਂ ਦਾ ਪਾਣੀ ਯੋਗ ਤਕਨੀਕਾਂ ਅਪਣਾ ਕੇ ਪੌਦਿਆਂ ਅਤੇ ਬਗੀਚਿਆਂ ਦੀ ਸਿੰਜਾਈ ਲਈ ਵਰਤਿਆ ਜਾ ਸਕਦਾ ਹੈ ਡੰਡੀ। ਬਾਗਾਂ ਅਤੇ ਜੰਗਲਾਤ ਥੱਲੇ ਰਕਬਾ ਵਧਾਉਣ ਦੀ ਲੋੜ ਹੈ ਡੰਡੀ। ਇਸ ਨਾਲ ਪਾਣੀ ਦੀ ਬੱਚਤ ਹੋਵੇਗੀ ਡੰਡੀ। ਜੂਨ ਤੋਂ ਲੈ ਕੇ ਸਤੰਬਰ ਤੱਕ 80% ਬਾਰਿਸ਼ ਹੁੰਦੀ ਹੈ ਡੰਡੀ। ਇਸ ਦੌਰਾਨ ਜ਼ਮੀਨ ਥੱਲੇ ਤੱਕ 80% ਦੇ ਪਾਣੀ ਨੂੰ ਘੱਟ ਵਰਤਿਆ ਜਾਵੇ ਡੰਡੀ। ਪਾਣੀ ਦੀ ਬੇਲੋੜੀ ਵਰਤੋਂ ਅਤੇ ਪ੍ਰਦੂਸ਼ਣ ਕਾਰਨ ਪਾਣੀ ਖਾਤਮੇ ਵੱਲ ਜਾ ਰਿਹਾ ਹੈ ਅਤੇ ਜ਼ਹਿਰੀਲਾ ਵੀ ਹੁੰਦਾ ਜਾ ਰਿਹਾ ਹੈ ਡੰਡੀ। ਰਾਜ ਦੇ ਕਈ ਥਾਵਾਂ 'ਤੇ ਅਜਿਹੀ ਸਥਿਤੀ ਦੇਖਣ ਵਿੱਚ ਆਈ ਹੈ ਡੰਡੀ। ਇੱਕ ਸਰਵੇਖਣ ਅਨੁਸਾਰ 51% ਪਾਣੀ ਹੀ ਸਾਫ਼ ਬਚਿਆ ਹੈ ਡੰਡੀ। ਭਾਵੇਂ 6.3% ਪਾਣੀ ਹੀ ਖਰਾਬ ਹੈ, ਪਰੰਤੂ 36.5% ਪਾਣੀ ਖਰਾਬ ਹੋਣ ਦੇ ਕੰਢੇ ਹੈ ਡੰਡੀ। ਧਰਤੀ ਦੇ 70% ਹਿੱਸੇ ਵਿੱਚ ਪਾਣੀ ਹੈ ਡੰਡੀ, ਪਰ ਇਸ ਦਾ ਸੰਕਟ ਫਿਰ ਵੀ ਵੱਧਦਾ ਜਾ ਰਿਹਾ ਹੈ ਡੰਡੀ। ਜੇਕਰ ਪਾਣੀ ਦੇ ਕੁਦਰਤੀ ਭੰਡਾਰਾਂ ਨਾਲ ਲੋੜ ਨਾਲੋਂ ਵੱਧ ਖਿਲਵਾੜ ਜਾਰੀ ਰਿਹਾ ਤਾਂ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾਵੇਗੀ ਡੰਡੀ। ਇਸ 'ਤੇ ਕਾਬੂ ਪਾਉਣ ਦੀ ਲੋੜ ਹੈ ਡੰਡੀ। PAU ਤੋਂ ਸਨਮਾਨਿਤ ਅਗਾਂਹਵਧੂ ਕਿਸਾਨ ਬਲਬੀਰ ਸਿੰਘ ਜੜੀਆ ਧਰਮਗੜ੍ਹ ਅਮਲੋਹ ਕਹਿੰਦੇ ਹਨ ਕਿ ਪੰਜਾਬ ਸਰਕਾਰ ਨੂੰ ਵੀ ਪਾਣੀ ਦੀ ਕਮੀ ਦੀ ਸਮੱਸਿਆ ਅਤੇ ਜ਼ਮੀਨ ਥੱਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਡੰਡੀ। ਨਹਿਰੀ ਵਿਭਾਗ ਦੇ ਅਮਲੋਹ ਸਥਿਤ ਵਿਸ਼ਰਾਮ ਘਰ 'ਚ ਰਿਚਾਰਜ ਖੂਹ ਬਣਾਏ ਗਏ ਹਨ ਡੰਡੀ, ਜਿਨ੍ਹਾਂ ਨੂੰ ਰਿਚਾਰਜ ਲਈ ਉੱਕਾ ਹੀ ਨਹੀਂ ਵਰਤਿਆ ਜਾ ਰਿਹਾ ਡੰਡੀ। ਇਹਨਾਂ ਖੂਹਾਂ 'ਤੇ 9.14 ਕਰੋੜ ਰੁਪਏ ਦਾ ਖਰਚ ਆਇਆ ਹੈ ਡੰਡੀ। ਇਸ ਤਰ੍ਹਾਂ ਇੱਕ ਖੂਹ ਹਿੰਮਤਗੜ੍ਹ ਵਿਸ਼ਰਾਮ ਘਰ 'ਚ ਬਣਾਇਆ ਗਿਆ ਹੈ ਜੋ ਨਹਿਰੀ ਪਾਣੀ ਦੇ ਰਿਚਾਰਜ ਲਈ ਬਣਾਇਆ ਗਿਆ ਸੀ, ਪਰ ਇਸ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾ ਰਹੀ ਡੰਡੀ। ਸਟਾਰਟ।
ਪੰਜਾਬੀ ਦੁਨੀਆ 'ਚ ਕਿਤੇ ਵੀ ਰਹਿਣ ਆਪਣੇ ਸੁਭਾਅ ਖੁੱਲ੍ਹ ਦਿਲੀ ਅਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਨਾਲ ਆਪਣੇ ਕਾਰੋਬਾਰ ਵੀ ਸੇਵਾ 'ਚ ਬਦਲ ਦਿੰਦੇ ਹਨ। ਡੰਡੀ ਫਗਵਾੜਾ ਲਾਗੇ ਲੱਖਪੁਰ ਪਿੰਡ 'ਚ ਜਨਮਿਆ, ਗੁਰਿਆਇਆ ਲਾਗੇ ਪਿੰਡ ਅੱਟਾ 'ਚ ਪਲਿਆ। ਗੁਰਦੀਪ ਸਿੰਘ ਢੱਡਵਾਲ ਪਿਛਲੇ 3.5 ਦਹਾਕਿਆਂ ਤੋਂ ਕੈਲੀਫੋਰਨੀਆ 'ਚ ਰਹਿ ਰਿਹਾ ਹੈ। ਡੰਡੀ ਢੱਡਵਾਲ ਦਾ ਕਹਿਣਾ ਹੈ ਕਿ ਬੜੇ ਕਾਰੋਬਾਰ ਕੀਤੇ, ਹੁਣ ਸੇਵਾ ਮੁਕਤ ਹਾਂ, ਪਰ ਖੇਤੀਬਾੜੀ ਦਾ ਜੱਦੀ ਪੁਸ਼ਤੀ ਕੰਮ ਕਰਕੇ ਇਸ ਮਿੱਟੀ 'ਚ ਲਿਬੜ ਕੇ ਪੰਜਾਬ ਤੇ ਆਪਣੇ ਕਿਸਾਨ ਬਜ਼ੁਰਗਾਂ ਦੇ ਸਾਥ ਦਾ ਅਹਿਸਾਸ ਮਹਿਸੂਸ ਕਰ ਰਿਹਾ ਹਾਂ। ਡੰਡੀ ਗੁਰਦੀਪ ਸਿੰਘ ਢੱਡਵਾਲ ਆਪਣੇ ਕਈ ਕਿੱਲਿਆਂ ਦੀ ਜ਼ਮੀਨ 'ਚ ਸਬਜ਼ੀਆਂ ਉਗਾ ਰਿਹਾ ਹੈ ਤੇ ਸਥਾਨਕ ਨਿਵਾਸੀਆਂ ਨੂੰ ਮੁਫਤ ਵਾਂਗ ਲੈ ਜਾਣ ਦਾ ਸੱਦਾ ਦੇ ਰਿਹਾ ਹੈ। ਡੰਡੀ ਹਾਈਵੇ 101 ਤੇ ਪੈਂਦਾ ਛੋਟਾ ਜਿਹਾ ਸ਼ਹਿਰ ਮੋਰਗਨ ਹਿੱਲ। ਸੱਜੇ ਮੁੜੋਗੇ ਤਾਂ GN ਫਾਰਮ ਲਿਖਿਆ ਪੜ੍ਹੋਗੇ। ਡੰਡੀ ਐਤਵਾਰ ਸਵੇਰੇ 9 ਤੋਂ 11, ਮੰਗਲਵਾਰ ਤੇ ਵੀਰਵਾਰ 6 ਤੋਂ 8 ਵਜੇ ਤੱਕ ਵਾਹੋ ਦਾਹੀ ਰੁਕਦੀਆਂ ਗੱਡੀਆਂ 'ਚੋਂ ਉਤਰਦੇ ਪੰਜਾਬੀ, ਪਾਕਿਸਤਾਨੀ, ਦੱਖਣੀ ਭਾਰਤੀ ਪਰਿਵਾਰਾਂ ਸਮੇਤ ਕਿਸਾਨ ਗੁਰਦੀਪ ਸਿੰਘ ਢੱਡਵਾਲ ਤੋਂ ਖਾਲੀ ਪਲਾਸਟਿਕ ਲਿਫਾਫੇ ਲੈਂਦੇ ਦਿਖਾਈ ਦੇ ਰਹੇ ਹੁੰਦੇ ਹਨ। ਡੰਡੀ ਫਿਰ ਇਹਨਾਂ ਲਿਫਾਫਿਆਂ 'ਚ ਟੀਂਡੇ, ਸ਼ਿਮਲਾ ਮਿਰਚਾਂ, ਭਿੰਡੀਆਂ, ਚੱਪਣ, ਕੱਦੂ, ਬੈਂਗਣ, ਘੀਆ, ਕੱਦੂ, ਟਮਾਟਰ, ਖਰਬੂਜੇ ਤੇ ਹੋਰ ਕੁਝ ਹੱਥੀਂ ਤੁੜ ਕੇ ਪਲਾਸਟਿਕ ਲਿਫਾਫੇ ਭਰ ਕੇ ਘਰਾਂ ਨੂੰ ਪਰਤ ਜਾਂਦੇ ਹਨ। ਡੰਡੀ ਕਮਾਲ ਦੇਖੋ ਕਿ ਧਾਰਮਿਕ ਸਮਾਗਮਾਂ, ਨਗਰ ਕੀਰਤਾਂ 'ਚ ਗੰਨੇ ਦੇ ਰਸ ਦੀ ਸੇਵਾ ਕਰਨ ਵਾਲਾ ਮਹਾਨ ਪੰਜਾਬੀ ਹਰ ਆਉਣ ਵਾਲੇ ਨੂੰ ਪਹਿਲਾਂ ਗੰਨੇ ਦੀ ਲੂਣ ਮਸਾਲੇ ਵਾਲੀ ਤਾਜ਼ਾ ਕੱਢੀ ਹੋਈ ਰਸ ਪਿਆਉਂਦਾ ਹੈ। ਡੰਡੀ ਇਹ ਸਬਜ਼ੀਆਂ ਆਰਗੈਨਿਕ ਵਿਧੀ ਨਾਲ ਉਗਾਈਆਂ ਗਈਆਂ ਹੁੰਦੀਆਂ ਹਨ ਤੇ ਕੋਈ ਖੁੱਲ੍ਹੇ ਸੁਭਾਅ ਦੇ ਚਰਚੇ ਹੋਣੇ ਤਾਂ ਲਾਜ਼ਮੀ ਹੀ ਹੈ। ਡੰਡੀ 5-10 ਡਾਲਰ ਦੇ ਜਾਵੇ ਤਾਂ ਵੀ ਚੰਗਾ, ਨਹੀਂ ਤਾਂ ਮੁਫਤ ਹੀ ਲੈ ਜਾਵੇ। ਡੰਡੀ ਜਦੋਂ ਘਰਾਂ ਵਿੱਚ ਸਵਾਣੀਆਂ ਤਾਜ਼ੀਆਂ ਸਬਜ਼ੀਆਂ ਬਣਾ ਕੇ ਖੁਸ਼ ਹੋਣ ਤਾਂ ਪਰਿਵਾਰਾਂ 'ਚ ਪੰਜਾਬੀਅਤ ਦੇ ਚਰਚੇ ਹੋਣੇ ਲਾਜ਼ਮੀ ਹਨ। ਡੰਡੀ ਗੁਰਦੀਪ ਸਿੰਘ ਢੱਡਵਾਲ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿੰਦਗੀ 'ਚ ਬਹੁਤ ਕਮਾਈਆਂ ਕਰ ਲਈਆਂ ਨੇ ਤੇ ਹੁਣ ਅਜਿਹੀ ਸੇਵਾ ਕਰਕੇ ਇੱਕ ਵੱਖਰਾ ਹੀ ਸਕੂਨ ਪ੍ਰਾਪਤ ਹੋ ਰਿਹਾ ਹੈ। ਡੰਡੀ ਉਹਨਾਂ GN ਫਾਰਮ ਦੇ ਨਾਂ ਦਾ ਭੇਦ ਖੋਲ੍ਹਦਿਆਂ ਦੱਸਿਆ ਕਿ ਉਹਨਾਂ ਦਾ ਇਹ ਨਾਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਨੂੰ ਯਾਦ ਰੱਖਣ ਲਈ ਰੱਖਿਆ ਹੈ ਤੇ ਉਹਨਾਂ ਦੇ ਪਹਿਲੇ ਕਾਰੋਬਾਰ ਦਾ ਨਾਂ ਵੀ GN ਟੈਂਟ ਐਂਡ ਰੈਂਟਲ ਸਰਵਿਸ ਸੀ। ਡੰਡੀ।